ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਦਹਿਲਾਉਣ ਦੀ ਵੱਡੀ ਸਾਜ਼ਿਸ਼ ਨਾਕਾਮ। ਨਵਾਂ ਸ਼ਹਿਰ ਤੋਂ ਬਾਅਦ ਅੰਮ੍ਰਿਤਸਰ 'ਚ ਵੀ ਭਾਰੀ ਮਾਤਰਾ 'ਚ ਵਿਸਫੋਟਕ ਬਰਾਮਦ। ਬੰਬ ਨਿਰੋਧਕ ਦਸਤਾ ਡਿਫਿਊਜ਼ ਕਰ ਰਿਹਾ ਵਿਸਫੋਟਕ। ਦਿੱਲੀ ਦੇ ਗਾਜ਼ੀਪੁਰ ਮੰਡੀ ਦੇ ਵਿੱਚ ਆਈਈਡੀ ਬਰਾਮਦ ਹੋਣ ਦੇ ਨਾਲ ਹੜਕੰਪ। ਸ਼ੱਕੀ ਬੈਗ ਦੇ ਵਿੱਚ ਮਿਲਿਆ ਵਿਸਫੋਟਕ, ਡੂੰਘਾ ਟੋਆ ਪੁੱਟ ਕੇ ਕੀਤਾ ਗਿਆ ਡਿਫਿਊਜ਼। ਪੰਜਾਬ ਕਾਂਗਰਸ 'ਚ ਟਿਕਟਾਂ ਨੂੰ ਲੈ ਕੇ ਫਸਿਆ ਪੇਚ। ਸੂਤਰਾਂ ਮੁਤਾਬਕ ਸੋਨੀਆ ਗਾਂਧੀ ਦੇ ਸਾਹਮਣੇ ਦਿਗਜਾਂ ਵਿਚਾਲੇ ਜੰਮ ਕੇ ਹੋਈ ਤਕਰਾਰ। ਚੰਨੀ, ਸਿੱਧੂ ਤੇ ਜਾਖੜ ਹੋਏ ਆਮੋ ਸਾਹਮਣੇ। ਨਵਜੋਤ ਸਿੱਧੂ ਤੇ ਭਗਵੰਤ ਮਾਨ ਦਾ ਵੱਡਾ ਬਿਆਨ। ਬੋਲੇ, ਹਾਲਾਤ ਦੇਖ ਕੇ ਲੱਗ ਰਿਹਾ ਹੈ ਬਾਗੀ ਹੁੰਦੇ ਜਾ ਰਹੇ ਨੇ ਕਾਂਗਰਸ ਪ੍ਰਧਾਨ। ਕਿਹਾ ਸਿੱਧੂ ਦੇ ਐਲਾਨਾਂ ਦਾ ਪਾਰਟੀ ਦੇ ਅੰਦਰ ਹੀ ਵਿਰੋਧ। ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਮਾਨ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ। ਆਮ ਆਦਮੀ ਪਾਰਟੀ 'ਚ ਹੋ ਸਕਦੇ ਨੇ ਸ਼ਾਮਿਲ। ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਨੇ ਜੋਗਿੰਦਰ ਮਾਨ। ਮੁੱਖ ਮੰਤਰੀ ਚੰਨੀ ਦੇ ਹਲਕੇ ਚਮਕੌਰ ਸਾਹਿਬ ਦੇ ਵਿੱਚ ਕਿਸਾਨਾਂ ਦੇ ਵਿਚਾਲੇ ਪਹੁੰਚੇ ਕੇਜਰੀਵਾਲ। ਰਸਤੇ 'ਚ ਗੱਡੀ ਰੋਕ ਕੇ ਗੱਲਬਾਤ ਕਰਨ ਪਹੁੰਚੇ। ਫਸਲਾਂ ਤੋਂ ਲੈ ਕੇ ਸਿਆਸਤ ਤੱਕ ਹੋਈ ਚਰਚਾ। ਪੀਐਮ ਸੁਰੱਖਿਆ 'ਚ ਕੋਤਾਹੀ ਮਾਮਲੇ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਨੇ ਜਾਂਚ ਕੀਤੀ ਸ਼ੁਰੂ। ਪੰਜਾਬ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੇ ਕਮੇਟੀ ਚੇਅਰਮੈਨ ਨੂੰ ਭੇਜੇ ਦਸਤਾਵੇਜ਼। 5 ਜਨਵਰੀ ਨੂੰ ਫਿਰੋਜ਼ਪੁਰ 'ਚ 20 ਮਿੰਟ ਤੱਕ ਫਸਿਆ ਰਿਹਾ ਸੀ ਪ੍ਰਧਾਨ ਮੰਤਰੀ ਦਾ ਕਾਫਲਾ। ਨਾਨ ਰੇਪ ਕੇਸ ਦੇ ਵਿੱਚ ਬਿਸ਼ਪ ਫ੍ਰੈਂਕੋ ਮੁਲੱਕਲ ਬਰੀ। ਕੇਰਲ ਦੀ ਕੋਇਟਮ ਅਦਾਲਤ ਨੇ ਸੁਣਾਇਆ ਫੈਸਲਾ। ਸ਼ਿਕਾਇਤਕਰਤਾ ਧਿਰ ਨੇ ਹਾਈ ਕੋਰਟ ਜਾਣ ਦੀ ਕਹੀ ਗੱਲ। 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ ਬਜਟ। ਇਸ ਵਾਰ 2 ਭਾਗਾਂ 'ਚ ਹੋਏਗਾ ਬਜਟ ਸੈਸ਼ਨ। ਪਹਿਲਾ ਹਿੱਸਾ 31 ਜਨਵਰੀ ਤੋਂ 11 ਫਰਵਰੀ ਤੇ ਦੂਸਰਾ 14 ਮਾਰਚ ਤੋਂ 8 ਅਪ੍ਰੈਲ ਤੱਕ। ਸਤਿ ਸ੍ਰੀ ਅਕਾਲ, ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਇਲੈਕਸ਼ਨ ਦੇ ਉੱਤੇ ਮਹਾ ਕਵਰੇਜ ਨਿਊਜ਼ 18 ਪੰਜਾਬ ਦੀ ਲਗਾਤਾਰ ਜਾਰੀ ਹੈ। ਅੱਜ ਦਾ ਦਿਨ ਇਸ ਕਰਕੇ ਵੀ ਖਾਸ ਹੈ ਕਿਉਂਕਿ ਇੱਕ ਪਾਸੇ ਮਾਘੀ ਹੈ ਤਾਂ ਦੂਜੇ ਪਾਸੇ 30 ਦਿਨ ਦਾ ਹੁਣ ਕਾਊਂਟਡਾਊਨ ਹੈ। 14 ਤਰੀਕ 14 ਜਨਵਰੀ ਤੇ ਠੀਕ 30 ਦਿਨ ਬਾਅਦ 14 ਫਰਵਰੀ ਨੂੰ ਪੰਜਾਬ ਦੇ ਲੋਕ ਵੋਟ ਕਰਨਗੇ ਪੰਜਾਬ ਦੇ ਲਈ। ਪੰਜਾਬ ਦੀ ਸੱਤਾ ਦੇ ਉੱਤੇ ਕੌਣ ਬੈਠੇ, ਕਿਹੜੀ ਪਾਰਟੀ ਬੈਠੇ, ਉਸ ਦੇ ਲਈ। और 14 तरीक तो 14 तरीक तक न्यूज़ 18 पंजाब हरियाणा हिमाचल दी ये महा कवरेज इसे तरीके नाल जारी रहेगी। 14 तो 14 तक वोट पैन तक ते फिर उस तो बाद काउंटिंग। पल पल दी अपडेट, हर वो खबर जिहड़ी दर्शकों के लिए जाननी जरूरी है, हर वो खबर जिहड़ी दर्शकों तक पहुंचनी लाजमी है, उस खबर नूं असीं न्यूज़ 18 पंजाब हरियाणा हिमाचल ते इसे ढंग दे नाल दिखावांगे। हर कैंडीडेट दी, हर उम्मीदवार दी खबर न्यूज़ 18 पंजाब ते दर्शकों ਨੂੰ ਮਿਲੇਗੀ। ਬਿਲਕੁਲ, ਤਾਂ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਸੈਗਮੈਂਟ ਦੇ ਵਿੱਚ। ਉਹਨਾਂ ਚਿਹਰਿਆਂ ਦਾ ਜ਼ਿਕਰ ਹੋਵੇਗਾ ਜਿਹੜੇ ਚਿਹਰੇ ਪੰਜਾਬ ਦੀ ਸਿਆਸਤ ਦੇ ਉੱਤੇ ਵੱਡਾ ਪ੍ਰਭਾਵ ਪਾ ਸਕਦੇ ਨੇ। ਇਹ ਚਿਹਰੇ ਪੰਜਾਬ ਦੇ ਵਿੱਚ ਇਲੈਕਸ਼ਨ ਤੁਹਾਨੂੰ ਲੜਦੇ ਨਜ਼ਰ ਨਹੀਂ ਆਉਣਗੇ, ਪਰ ਇਹਨਾਂ ਚਿਹਰਿਆਂ ਦੀ ਵਜ੍ਹਾ ਦੇ ਨਾਲ ਪੰਜਾਬ ਦੇ ਸਿਆਸੀ ਗੁਣਾ ਗਣਿਤ ਜ਼ਰੂਰ ਬਦਲਦੇ ਹੋਏ ਨਜ਼ਰ ਆ ਸਕਦੇ ਨੇ। ਪਹਿਲਾ ਨਾਮ ਪੰਜਾਬ ਦੇ ਵਿੱਚ ਕੌਣ ਅਸਰ ਪਾ ਸਕਦਾ ਹੈ, ਜ਼ਿਕਰ ਹੋਵੇਗਾ ਉਸ ਦਾ। ਔਰ ਪਹਿਲਾ ਨਾਮ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਦੇ ਉੱਤੇ ਚੋਣਾਂ ਲੜਦੀ ਹੈ ਬੀਜੇਪੀ ਔਰ ਕਈ ਇਲੈਕਸ਼ਨ ਆਲਰੇਡੀ ਲੜ ਚੁੱਕੀ ਹੈ। ਤਾਂ ਜ਼ਿਕਰ ਮੈਂ ਇਸ ਦਾ ਹੀ ਕਰ ਰਿਹਾ ਕਿ ਜਿਸ ਤਰੀਕੇ ਦੇ ਨਾਲ ਨਰਿੰਦਰ ਮੋਦੀ ਚੋਣਾਂ ਦੇ ਵਿੱਚ ਨਜ਼ਰ ਆਉਂਦੇ ਨੇ, ਪੰਜਾਬ ਦੇ ਵਿੱਚ ਨਜ਼ਰ ਆਉਂਦੇ ਨੇ, ਉਹ ਕਿੰਨਾ ਅਸਰ ਪਾਉਂਦੇ ਨੇ, ਜ਼ਿਕਰ ਉਸ ਦਾ ਹੀ ਹੋਏਗਾ। ਵਿਜੇ, ਸੋ ਸੂਬੇ ਦੇ ਵਿੱਚ ਕਮਲ ਖਿਲਾਉਣ ਦੀ ਸਭ ਤੋਂ ਵੱਡੀ ਚੁਣੌਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਹੈ। ਪ੍ਰਧਾਨ ਮੰਤਰੀ ਦੇ ਨਾਮ ਤੇ ਹੀ ਇਲੈਕਸ਼ਨ ਲੜਿਆ ਜਾਣਾ ਹੈ। ਬੀਜੇਪੀ ਕੈਂਡੀਡੇਟ ਜਿਸ ਨੂੰ ਮਰਜ਼ੀ ਬਣਾਵੇ, ਨਾਮ ਪ੍ਰਧਾਨ ਮੰਤਰੀ ਮੋਦੀ ਦਾ ਹੀ ਚੱਲਦਾ ਹੈ। यूपी होवे या पंजाब होवे, पंजाब इसलिए भी ज्यादा इंपॉर्टेंट हो जाता है कि पहली बार बीजेपी इकल्ले तौर पे बिना अकाली दल के सहारे तो चोणां दे विच उतरी है। और सब तो वड्डी चुनौती प्रधानमंत्री के नाम के सामने है कि किस तरीके नाल उन्होंने बीजेपी नूं सियासी मजबूती पंजाब दे विच देनी है। नवे गठजोड़ दे विच नवे समीकरण बीजेपी दे लई बने ने, पर वखरे ने क्योंकि अकाली दल दा कैडर है। अकाली दल मजबूत स्थिति दे विच पंजाब दे विच हमेशा तो रहा है। खेतरी पार्टी और पंजाब दे विच ही अकाली दल दा आधार रहा है और अकाली दल दे नाल ही चोणां लड़दा होया बीजेपी दा कुनबा नजर आउंदा सी। पर इस बार समीकरण वखरे ने। इस बार समीकरण वखरे ने क्योंकि बीजेपी दे नाल ने कैप्टन अमरिंदर सिंह, सुखदेव सिंह ढींडसा ते दूजी गल ਇਹ इलैक्शन हो रहे ने। ये इलैक्शन हो रहे ने इस बार किसान अंदोलन तो बाद बीजेपी के आगुआं नूं विरोध का सामना जबरदस्त तरीके नाल करना पिया सी और किते ना किते उसका असर भी इस बार दे इलैक्शन दे विच नजर आ सकता है। बिल्कुल, ते हुण दूसरे चेहरे दा असीं जिक्र करदे हां। दूसरा वड्डा चेहरा दिखाउने आ
ਪੰਜਾਬ ਦੀ ਸਿਆਸਤ ਦੇ ਵਿੱਚ ਉਸ ਚਿਹਰੇ ਦੀ ਕਿੰਨੀ ਮਹੱਤਤਾ ਹੈ। ਟੀਵੀ ਸਕਰੀਨ ਤੇ ਦੂਸਰਾ ਚਿਹਰਾ ਕਾਂਗਰਸ ਪਾਰਟੀ ਵੱਲੋਂ ਰਾਹੁਲ ਗਾਂਧੀ ਦਾ ਦੂਸਰਾ ਚਿਹਰਾ ਰਾਹੁਲ ਗਾਂਧੀ ਪੰਜਾਬ 'ਚ ਮਿਸ਼ਨ ਰਿਪੀਟ ਦੀ ਚੁਣੌਤੀ ਹੈ। ਹਾਲਾਂਕਿ ਪੰਜਾਬ ਦੇ ਚਿਹਰਿਆਂ ਦੀ ਗੱਲ ਕਰੀਏ ਤਾਂ ਸੁਨੀਲ ਜਾਖੜ, ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਇਹਨਾਂ ਦਾ ਜ਼ਿਕਰ ਹੁੰਦਾ ਹੈ, ਪਰ ਇਹਨਾਂ ਦੇ ਸਭ ਦੇ ਉੱਤੇ ਜਿਹੜਾ ਕੁੰਡਾ ਹੈ ਜੇ ਕਹੀਏ ਤਾਂ ਉਹ ਰਾਹੁਲ ਗਾਂਧੀ ਦਾ ਹੈ। ਔਰ ਰਾਹੁਲ ਗਾਂਧੀ ਦੇ ਸਾਹਮਣੇ ਜਿਹੜੀ ਹੈ ਚੁਣੌਤੀ ਹੈ ਪੰਜਾਬ ਦੇ ਵਿੱਚ ਰਿਪੀਟ ਦੀ ਕਿ ਕੀ ਕਾਂਗਰਸ ਸਰਕਾਰ ਨੂੰ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਰਿਪੀਟ ਕਰਵਾ ਸਕਦੇ ਨੇ ਜਾਂ ਫਿਰ ਆਪਸੀ ਜਿਹੜੀ ਖਹਿਬਾਜ਼ੀ ਉਹਦਾ ਸ਼ਿਕਾਰ ਹੋ ਜਾਂਦੀ ਹੈ ਕਾਂਗਰਸ। ਬਿਲਕੁਲ ਇੱਕ ਚੀਜ਼ ਤਾਂ ਬਹੁਤ ਕਲੀਅਰ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਗਰਮੀ ਨਜ਼ਰ ਆਏਗੀ। ਉਹ ਕਿਸ ਤਰੀਕੇ ਨਾਲ ਆਉਂਦੀ ਹੈ ਉਸ ਦੇ ਉੱਤੇ ਨਜ਼ਰ ਰਹੇਗੀ, ਕਿਉਂਕਿ ਇੱਕ ਪਾਸੇ ਸਰਗਰਮੀ ਇਲੈਕਸ਼ਨ ਕਮਿਸ਼ਨ ਦੀ ਪਾਬੰਦੀਆਂ ਦੀ ਵਜ੍ਹਾ ਦੇ ਨਾਲ ਵੀ ਘਟਦੀ ਨਜ਼ਰ ਆਉਂਦੀ ਹੈ, ਤਾਂ ਕਿ ਵਰਚੁਅਲ ਤਰੀਕੇ ਨਾਲ ਹੀ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਨਜ਼ਰ ਆਉਣਗੇ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਜ਼ਰ ਆਉਣਗੇ ਜਾਂ ਫਿਰ 15 ਤਰੀਕ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕੁਝ ਰਾਹਤ ਦਿੱਤੀ ਜਾਂਦੀ ਹੈ ਰੈਲੀਆਂ ਨੂੰ ਲੈ ਕੇ ਜਾਂ ਫਿਰ ਇਕੱਠ ਨੂੰ ਲੈ ਕੇ। ਪਰ ਰਾਹੁਲ ਗਾਂਧੀ ਦੇ ਸਾਹਮਣੇ ਚੁਣੌਤੀਆਂ ਦੀ ਭਰਮਾਰ ਹੈ। ਉਹ ਇਸ ਕਰਕੇ ਵੀ ਹੈ ਕਿਉਂਕਿ ਬਹੁਤ ਸਾਰੇ ਸੂਬਿਆਂ ਦੇ ਵਿੱਚ ਕਾਂਗਰਸ ਦੀ ਸਰਕਾਰ ਹੱਥਾਂ ਤੋਂ ਚਲੀ ਗਈ। ਮੈਂ 2017 ਦੇ ਇਲੈਕਸ਼ਨ ਦਾ ਜ਼ਿਕਰ ਕਰਾਂ ਤਾਂ ਬੀਜੇਪੀ ਦਾ ਯੂਪੀ ਦੇ ਵਿੱਚ ਕੀ ਹਾਲ ਹੋਇਆ ਸਭ ਨੂੰ ਪਤਾ ਹੈ, ਕਿਉਂਕਿ 325 403 ਦੇ ਵਿੱਚੋਂ ਤਾਂ ਸੀਟਾਂ ਲੈ ਗਈ ਸੀ ਬੀਜੇਪੀ ਹੀ, ਤੇ ਪੰਜਾਬ ਦੇ ਵਿੱਚ ਸਰਕਾਰ ਬਣੀ ਤੇ ਉਸ ਸਮੇਂ ਵੀ ਇਹ ਜ਼ਿਕਰ ਹੋਇਆ ਵਿਜੇ ਲਗਾਤਾਰ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਤੇ ਸਰਕਾਰ ਬਣੀ ਹੈ। ਪਰ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਖਿਲਾਫ ਨੇ और पंजाब च 3 नाम हो चुके ने, बिल्कुल हो सकता है कोई चौथा भी रहा आज। बिल्कुल। और राहुल गांधी किस भूमिका ਦੇ ਵਿੱਚ ਨਜ਼ਰ ਆਉਂਦੇ ਨੇ ਇਹ ਸਭ ਤੋਂ ਵੱਡਾ ਸਵਾਲ, ਬਹੁਤ ਵੱਡਾ ਚੈਲੰਜ ਰਾਹੁਲ ਗਾਂਧੀ ਦੇ ਲਈ ਵੀ ਲਾਜ਼ਮੀ ਤੌਰ ਤੇ। ਸੋ ਅਗਲੇ ਨਾਮ ਦਾ ਜ਼ਿਕਰ ਕਰ ਲੈਂਦੇ ਹਾਂ। ਅਗਲਾ ਨਾਮ ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਹੈ ਉਹ ਹੈ ਅਰਵਿੰਦ ਕੇਜਰੀਵਾਲ ਦਾ। ਅਰਵਿੰਦ ਕੇਜਰੀਵਾਲ ਵੱਡਾ ਨਾਮ ਅਸੀਂ ਟੀਵੀ ਸਕਰੀਨ ਤੇ ਦਿਖਾਉਣ ਜਾ ਰਹੇ ਹਾਂ। ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਡਾ ਨਾਮ ਆਮ ਆਦਮੀ ਪਾਰਟੀ ਦਾ। ਔਰ ਪੰਜਾਬ ਦੀ ਸਿਆਸਤ ਦੇ ਵਿੱਚ ਖੂਬ ਸਰਗਰਮੀ ਦੇ ਨਾਲ ਅਰਵਿੰਦ ਕੇਜਰੀਵਾਲ ਇਸ ਵੇਲੇ ਵਿਚਰ ਰਹੇ ਨੇ। ਬਿਲਕੁਲ। ਪੰਜਾਬ ਦੇ ਵਿੱਚ ਜਦੋਂ ਬੋਰਡ ਦੇ ਉੱਤੇ ਨਜ਼ਰ ਪਾਉਂਦੇ ਹੋ ਤੁਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਬੋਰਡ ਲੱਗੇ ਹੋਏ ਨੇ ਉਸ ਦੇ ਵਿੱਚ ਜ਼ਿਕਰ ਹੁੰਦਾ ਹੈ ਇੱਕ ਮੌਕਾ ਕੇਜਰੀਵਾਲ ਨੂੰ। ਇਸ ਨੂੰ ਲੈ ਕੇ ਵਿਰੋਧੀਆਂ ਨੇ ਬਹੁਤ ਤੰਜ ਕੱਸੇ ਨੇ, ਪਰ ਇੱਕ ਦਿਨ ਪਹਿਲਾਂ ਹੀ ਅਰਵਿੰਦ ਕੇਜਰੀਵਾਲ ਪ੍ਰੈਸ ਕਾਨਫਰੰਸ ਦੇ ਵਿੱਚ ਸਾਫ਼ ਕਰਕੇ ਗਏ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਦੀ ਰੇਸ ਦੇ ਵਿੱਚ ਨਹੀਂ ਹਾਂ। ਪਰ ਅਰਵਿੰਦ ਕੇਜਰੀਵਾਲ ਦੀ ਪੰਜਾਬ ਦੇ ਵਿੱਚ ਸਰਗਰਮੀ ਕਿਸੇ ਤੋਂ ਲੁਕੀ ਨਹੀਂ ਹੈ। ਅਰਵਿੰਦ ਕੇਜਰੀਵਾਲ ਲਗਾਤਾਰ ਸਰਗਰਮ ਪੰਜਾਬ ਦੇ ਵਿੱਚ ਨਜ਼ਰ ਆ ਰਹੇ ਨੇ ਔਰ ਆਮ ਆਦਮੀ ਪਾਰਟੀ ਨੂੰ ਕਿ ਜਿੱਤ ਦਿਵਾ ਸਕਣਗੇ ਇੱਕ ਵੱਡਾ ਸਵਾਲ ਹੈ। 2017 ਦੇ ਇਲੈਕਸ਼ਨ ਦੇ ਵਿੱਚ 100 ਸੀਟਾਂ ਦਾ ਦਾਅਵਾ ਹੋ ਰਿਹਾ ਸੀ ਆਮ ਆਦਮੀ ਪਾਰਟੀ ਦੇ ਵੱਲੋਂ। ਇਸ ਵਾਰ 100 ਸੀਟਾਂ ਵਾਲੀ ਆਵਾਜ਼ ਤਾਂ ਆਮ ਆਦਮੀ ਪਾਰਟੀ ਨੇ ਨਹੀਂ ਕੱਢੀ। ਭਗਵੰਤ ਮਾਨ 80+ ਸੀਟਾਂ ਦਾ ਜ਼ਿਕਰ ਕਰ ਗਏ, 2/3 ਬਹੁਮਤ ਦਾ ਜ਼ਿਕਰ ਹੋ ਰਿਹਾ ਹੈ। ਪਰ ਚੁਣੌਤੀ ਅਰਵਿੰਦ ਕੇਜਰੀਵਾਲ ਦੇ ਲਈ ਬਹੁਤ ਵੱਡੀ ਹੈ। ਉਹ ਇਸ ਕਰਕੇ ਵੀ ਹੈ ਕਿਉਂਕਿ ਲਗਾਤਾਰ ਆਮ ਆਦਮੀ ਪਾਰਟੀ ਦਿੱਲੀ ਤੋਂ ਬਾਹਰ ਪੈਰ ਪਸਾਰਨ ਦੀ ਕੋਸ਼ਿਸ਼ ਕਰਦੀ ਹੈ। ਇਨਫੈਕਟ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਲੀਡਰਸ ਨੇ ਉਹ ਕਹਿੰਦੇ ਨੇ ਕਿ ਸਾਡਾ ਸੁਪਨਾ ਹੈ ਕਿ ਅਰਵਿੰਦ ਕੇਜਰੀਵਾਲ ਦੇਸ਼ ਦੇ ਪ੍ਰਧਾਨ ਮੰਤਰੀ ਬਣਨ। ਬਿਲਕੁਲ। ਜੇ ਪ੍ਰਧਾਨ ਮੰਤਰੀ ਬਣਨਾ ਹੈ ਤਾਂ ਫਿਰ ਤੁਹਾਡਾ ਆਧਾਰ ਵੱਖ-ਵੱਖ ਸੂਬਿਆਂ ਦੇ ਵਿੱਚ ਹੋਣਾ ਚਾਹੀਦਾ ਹੈ। ਇਸ ਵੇਲੇ ਪੰਜਾਬ ਦੇ ਵਿੱਚ ਇੱਕ ਚੁਣੌਤੀ ਭਰਪੂਰ ਇਸ ਲਈ ਵੀ ਹੈ ਕਿ ਜਿਵੇਂ ਗੌਰਵ ਕਹਿ ਰਹੇ ਹੈ ਕਿ ਜੇ ਪ੍ਰਧਾਨ ਮੰਤਰੀ ਦੇ ਤੱਕ ਅੱਗੇ ਇਲੈਕਸ਼ਨ ਤੱਕ ਜਾਣਾ ਹੈ ਤਾਂ ਫਿਰ ਸਟੇਟਾਂ ਦੇ ਵਿੱਚ ਪਹਿਲਾਂ ਪਾਰਟੀ ਨੂੰ ਮਜ਼ਬੂਤ ਹੋਣਾ ਪਏਗਾ। ਔਰ ਬੀਜੇਪੀ ਦੇ ਲਈ ਇਸ ਵੇਲੇ ਕੋਸ਼ਿਸ਼ ਰਹੇਗੀ ਕਿ ਕਾਂਗਰਸ ਨਾਲੋਂ ਵੀ ਜ਼ਿਆਦਾ ਆਮ ਆਦਮੀ ਪਾਰਟੀ ਨੂੰ ਕਿਸੇ ਤਰੀਕੇ ਰੋਕਿਆ ਜਾਵੇ, ਤਾਂ ਕਰਕੇ ਉਹਨਾਂ ਦੇ ਲਈ ਇਹ ਚੁਣੌਤੀ ਜਿਹੜੀ ਹੈ ਕਿਸੇ ਹੱਦ ਤੱਕ ਘਟ ਸਕੇ। ਬਿਲਕੁਲ। ਅਗਲੇ ਚਿਹਰੇ ਦਾ ਅਸੀਂ ਜ਼ਿਕਰ ਕਰਦੇ ਹਾਂ ਕਿਉਂਕਿ ਇਸ ਵਾਰ ਇਹ ਚਿਹਰਾ ਸੁਰਖੀਆਂ ਦੇ ਵਿੱਚ ਹੈ। ਸੁਰਖੀਆਂ ਦੇ ਵਿੱਚ ਕਿਉਂ ਹੈ? ਕਿਉਂਕਿ ਗੱਠਜੋੜ ਦੇ ਵਿੱਚ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਹੁਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਦਾ। ਮਾਇਆਵਤੀ ਪੰਜਾਬ ਦੀ ਸਿਆਸਤ ਦੇ ਵਿੱਚ ਕਿਵੇਂ ਆਧਾਰ ਰੱਖਦੀਆਂ ਨੇ? ਦਰਅਸਲ ਇੱਕ ਤਾਂ ਅਕਾਲੀ ਦਲ ਦੇ ਨਾਲ ਇਸ ਵਾਰ ਬੀਐਸਪੀ ਦਾ ਗੱਠਜੋੜ ਹੈ। ਦੂਜਾ ਜੋ ਲਗਾਤਾਰ ਤੁਸੀਂ ਪਿਛਲੇ ਸਮੇਂ ਦੇ ਵਿੱਚ ਸੁਣੀ ਹੋਏਗੀ ਇਹ ਗੱਲ ਕਿ ਪੰਜਾਬ 'ਚ ਵੱਡਾ ਐਸਸੀ ਭਾਈਚਾਰਾ ਦਲਿਤ ਵੋਟ ਬੈਂਕ ਹੈ ਪੰਜਾਬ ਦੇ ਵਿੱਚ। 34 ਰਿਜ਼ਰਵ ਸੀਟਾਂ ਨੇ ਪੰਜਾਬ ਦੇ ਵਿੱਚ 117 ਦੇ ਵਿੱਚ। ਦੁਆਬੇ ਦੇ ਵਿੱਚ ਬੀਐਸਪੀ ਦਾ ਚੰਗਾ ਆਧਾਰ ਕਿਹਾ ਜਾਂਦਾ ਹੈ। 20 ਸੀਟਾਂ ਅਕਾਲੀ ਦਲ ਨੇ ਬੀਐਸਪੀ ਨੂੰ ਦਿੱਤੀਆਂ ਨੇ ਤੇ ਮਾਇਆਵਤੀ ਦੇ ਸਾਹਮਣੇ ਵੀ ਕਿਤੇ ਨਾ ਕਿਤੇ ਚੈਲੰਜ ਹੋਏਗਾ। ਯੂਪੀ ਦੀ ਸੱਤਾ ਤੋਂ ਦੂਰ ਨੇ ਜਿੱਥੇ ਉਹਨਾਂ ਦਾ ਗੜ ਸੀ। ਕਾਂਸ਼ੀਰਾਮ ਪੰਜਾਬ ਤੋਂ ਆਉਂਦੇ ਨੇ ਪਰ ਪੰਜਾਬ ਦੀ ਸਿਆਸਤ ਤੱਕ ਉਹਨਾਂ ਦੀ ਪਹੁੰਚ ਬਹੁਤ ਜ਼ਿਆਦਾ ਨਹੀਂ ਰਹੀ। ਜਾਂ ਕਹੀਏ ਕਿ ਬੀਐਸਪੀ ਉਸ ਤਰੀਕੇ ਨਾਲ ਮਜ਼ਬੂਤ ਪੰਜਾਬ 'ਚ ਨਜ਼ਰ ਨਹੀਂ ਆਈ। ਬੇਸ਼ੱਕ ਕਾਂਸ਼ੀਰਾਮ ਅੱਗੇ ਨਹੀਂ ਵੱਧ ਬਿਲਕੁਲ ਕਾਂਸ਼ੀਰਾਮ ਇੱਥੇ ਦੇ ਸੀ ਆ, ਇੱਥੇ ਦਲਿਤ ਵੋਟ ਬੈਂਕ ਬਹੁਤ ਜ਼ਿਆਦਾ ਹੈ ਪਰ ਨਜ਼ਰ ਨਹੀਂ ਆਇਆ। ਇਸ ਕਰਕੇ ਮਾਇਆਵਤੀ ਦੇ ਸਾਹਮਣੇ ਤਾਂ ਬਹੁਤ ਵੱਡੀ ਚੁਣੌਤੀ ਹੈ ਕਿ ਇਸ ਵਾਰ ਜੋ ਸਰਕਾਰ ਬਣਾਉਣ 'ਚ ਕਾਮਯਾਬ ਹੁੰਦੇ ਨੇ ਬਹੁਤ ਵੱਡੀ ਗੱਲ ਹੋਈ। ਮੌਕਾ ਵੀ ਹੈ, ਸਿਰਫ ਚੁਣੌਤੀ ਨਹੀਂ ਮੌਕਾ ਵੀ ਮਾਇਆਵਤੀ ਦੇ ਕੋਲ ਇਸ ਵਾਰ ਬਹੁਤ ਵੱਡਾ ਹੈ ਕਿਉਂਕਿ ਪਹਿਲੀ ਵਾਰ ਪੰਜਾਬ ਦੀ ਜਿਹੜੀ ਵੱਡੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਜਿਸ ਦਾ ਇੱਕ ਵੱਡਾ ਇੱਕ ਮਜ਼ਬੂਤ ਕੈਡਰ ਹੈ, ਉਸ ਪਾਰਟੀ ਦੇ ਨਾਲ ਰਲ ਕੇ ਉਸ ਪਾਰਟੀ ਦੇ ਨਾਲ ਗੱਠਜੋੜ ਕਰਕੇ ਬਹੁਜਨ ਸਮਾਜ ਪਾਰਟੀ ਇਸ ਵਾਰ 20 ਸੀਟਾਂ ਤੇ ਪੰਜਾਬ ਦੇ ਵਿੱਚ ਚੋਣ ਲੜ ਰਹੀ ਹੈ। ਔਰ ਇਸ ਵੇਲੇ ਪੰਜਾਬ 'ਚ ਆਪਣੀ ਸਿਆਸੀ ਜ਼ਮੀਨ ਜਿਹੜੀ ਹੈ ਉਸ ਨੂੰ ਮਜ਼ਬੂਤ ਕਰਨ ਦਾ ਸਭ ਤੋਂ ਪੱਕਾ ਮੌਕਾ ਹੈ।
ਬਿਲਕੁਲ ਅਸੀਂ ਉਹ ਚਿਹਰਿਆਂ ਦਾ ਜ਼ਿਕਰ ਕੀਤਾ ਜਿਹੜੇ ਚਿਹਰੇ ਪੰਜਾਬ ਦੀ ਸਿਆਸਤ ਦੇ ਉੱਤੇ ਅਸਰ ਪਾਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ। ਪਰ ਸਵਾਲ ਬਹੁਤ ਸਾਰੇ ਨੇ। ਸਵਾਲ ਇਹ ਹੈ ਕਿ ਪੰਜਾਬ ਦੇ ਵਿੱਚ ਵੋਟਰ ਕੀ ਪ੍ਰਧਾਨ ਮੰਤਰੀ ਮੋਦੀ ਦੇ ਨਾਮ ਦੇ ਉੱਤੇ ਬੀਜੇਪੀ ਨੂੰ ਵੋਟ ਕਰ ਦੇਣਗੇ? ਕਿ ਪੰਜਾਬ ਦੇ ਵਿੱਚ ਵੋਟਰ ਰਾਹੁਲ ਗਾਂਧੀ ਦੇ ਨਾਮ ਦੇ ਉੱਤੇ ਵੋਟ ਕਰ ਦੇਣਗੇ, ਮਾਇਆਵਤੀ ਦੇ ਨਾਮ ਤੇ, ਜਾਂ ਫਿਰ ਅਰਵਿੰਦ ਕੇਜਰੀਵਾਲ ਦੇ ਨਾਮ ਦੇ ਉੱਤੇ ਵੋਟ ਕਰਨਗੇ? ਸਿਆਸਤ ਅੱਜ ਕੱਲ ਚਿਹਰਿਆਂ ਦੀ ਹੁੰਦੀ ਹੈ ਔਰ ਉਹੀ ਪੰਜਾਬ ਦੇ ਵਿੱਚ ਵੀ ਹੁੰਦਾ ਹੋਇਆ ਨਜ਼ਰ ਆ ਸਕਦਾ। ਪਰ ਕੀ ਵਿਜੇ ਇਹ ਚਿਹਰੇ ਪੰਜਾਬ ਵਾਲੇ ਹੋਣਗੇ ਜਾਂ ਦੇਸ਼ ਦੇ ਚਿਹਰੇ ਹੋਣਗੇ? ਕਿਉਂਕਿ ਲੋਕ ਸਭਾ ਚੋਣਾਂ ਤਾਂ ਇਸ ਤਰੀਕੇ ਨਾਲ ਹੀ ਹੁੰਦੀਆਂ, ਇੱਕ ਪਾਸੇ ਰਾਹੁਲ ਗਾਂਧੀ, ਇੱਕ ਪਾਸੇ ਨਰਿੰਦਰ ਮੋਦੀ, ਤਾਂ ਕਿ ਉਹ ਪੰਜਾਬ ਦੇ ਵਿੱਚ ਵੀ ਸਮੀਕਰਨ ਨਜ਼ਰ ਆ ਸਕਦੇ ਨੇ ਕਿ ਚਿਹਰਿਆਂ ਦੇ ਉੱਤੇ ਸਿਆਸਤ ਦਾ ਪਾਰਟ ਦਿਖੇ। ਗੌਰਵ, ਜਿਹੜਾ ਚਰਨਜੀਤ ਚੰਨੀ ਹੋਰਾਂ ਨੂੰ ਬਣਾਉਣ ਦਾ ਫੈਸਲਾ ਲਿਆ ਗਿਆ ਉਹ 2024 ਨੂੰ ਮੁੱਖ ਰੱਖ ਕੇ ਲਿਆ ਸੀ ਕਾਂਗਰਸ ਨੇ, ਕਿਉਂਕਿ ਕਾਂਗਰਸ ਇਹ ਸੰਦੇਸ਼ ਦੇਣਾ ਚਾਹੁੰਦੀ ਸੀ ਦੇਸ਼ ਭਰ ਦੇ ਵਿੱਚ ਕਿ ਉੱਤਰ ਭਾਰਤ ਦੇ ਕਿਸੇ ਸੂਬੇ ਦੇ ਵਿੱਚ ਆਜ਼ਾਦੀ ਤੋਂ ਬਾਅਦ ਅੱਜ ਤੱਕ ਸ਼ਡਿਊਲ ਕਾਸਟ ਭਾਈਚਾਰੇ ਨਾਲ ਸੰਬੰਧਿਤ ਲੀਡਰ ਜਿਹੜਾ ਸੀ ਉਸ ਨੂੰ ਸੀਐਮ ਨਹੀਂ ਬਣਾਇਆ ਗਿਆ। ਸੋ ਇਸ ਕਰਕੇ ਚਰਨਜੀਤ ਚੰਨੀ ਨੂੰ ਬਣਾਉਣ ਦਾ ਫੋਕਸ ਹੀ 2024 ਸੀ ਕਾਂਗਰਸ ਦਾ। ਤਾਂ ਇਹ ਵਾਲੇ ਚਿਹਰੇ ਜਿਹੜੇ ਨੇ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਸਿੱਧਾ ਪੰਜਾਬ ਦੀ ਸਿਆਸਤ ਤੇ ਨਹੀਂ ਪਰ ਥਰੂ ਪੰਜਾਬ 2024 ਦੀ ਸਿਆਸਤ ਨੂੰ ਜ਼ਰੂਰ ਪ੍ਰਭਾਵਿਤ ਕਰਦੇ। ਬਿਲਕੁਲ ਦੇਖਣਾ ਹੋਏਗਾ ਕਿੰਨਾ ਪ੍ਰਭਾਵਿਤ ਕਰਦੇ ਨੇ, ਕਿਉਂਕਿ ਪੰਜਾਬ ਦੇ ਵਿੱਚ ਸਮਾਂ ਜ਼ਿਆਦਾ ਨਹੀਂ ਇਲੈਕਸ਼ਨ ਨੂੰ, 14 ਫਰਵਰੀ ਨੂੰ ਵੋਟਾਂ ਪੈਣ ਜਾ ਰਹੀਆਂ ਨੇ। ਖੈਰ ਅਸੀਂ ਅੱਗੇ ਵਧਦੇ ਹਾਂ, ਹੁਣ ਅਗਲੀ ਖਬਰ ਦਾ ਰੁਖ ਕਰਾਂਗੇ ਔਰ ਅਗਲੀ ਖਬਰ ਕਾਂਗਰਸ ਦੇ ਨਾਲ ਜੁੜੀ ਹੋਈ ਹੈ। ਕਾਂਗਰਸ ਦੇ ਵਿੱਚ ਟਿਕਟਾਂ ਦਾ ਕਲੇਸ਼ ਹੁਣ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਔਰ ਜਿਹੜੀ ਟੈਨਸ਼ਨ ਹੈ, ਟਿਕਟ ਦੀ ਟੈਨਸ਼ਨ, ਉਹ ਕਾਂਗਰਸ ਦੇ ਵਿੱਚ ਇਸ ਸਮੇਂ ਨਜ਼ਰ ਆਉਂਦੀ ਹੈ। ਤਾਂ ਪੇਚ ਫਸ ਗਿਆ ਕਾਂਗਰਸ ਦੇ ਵਿੱਚ ਟਿਕਟਾਂ ਨੂੰ ਲੈ ਕੇ, ਕਿਉਂਕਿ ਤਕਰੀਬਨ ਅਸੀਂ ਅਕਾਲੀ ਦਲ ਦਾ ਜ਼ਿਕਰ ਕਰ ਰਹੇ ਹਾਂ, ਅਸੀਂ ਆਮ ਆਦਮੀ ਪਾਰਟੀ ਦਾ ਜ਼ਿਕਰ ਕਰ ਰਹੇ ਹਾਂ, ਤਕਰੀਬਨ ਕੈਂਡੀਡੇਟ ਉਹਨਾਂ ਨੇ ਅਨਾਉਂਸ ਕਰ ਦਿੱਤੇ ਨੇ, 2-2 4-4 5-5 ਕੈਂਡੀਡੇਟ ਬਚੇ ਨੇ। ਪਰ ਕਾਂਗਰਸ ਪਾਰਟੀ 'ਚ ਹਜੇ ਤੱਕ ਕਲੇਸ਼ ਹੀ ਚੱਲ ਰਿਹਾ ਜਿਹੜਾ ਹਰ ਇਲੈਕਸ਼ਨ ਤੇ ਚੱਲਦਾ ਹੈ, ਸੀਟਾਂ ਐਲਾਨ ਕਰਨ ਨੂੰ ਲੈ ਕੇ। ਔਰ ਜਿੰਨੀ ਦੇਰੀ ਹੁੰਦੀ ਹੈ ਗੌਰਵ, ਜਿੰਨੀ ਦੇਰੀ ਹੁੰਦੀ ਹੈ, ਕਿਤੇ ਨਾ ਕਿਤੇ ਇਸ ਚੀਜ਼ ਦਾ ਨੁਕਸਾਨ ਜ਼ਰੂਰ ਹੁੰਦਾ ਹੈ ਕੈਂਡੀਡੇਟ ਨੂੰ ਜਿਹਨੇ ਲੋਕਾਂ ਤੱਕ ਅਪਰੋਚ ਕਰਨੀ ਹੈ। ਔਰ ਇਸ ਵਾਰ ਤੇ ਇਲੈਕਸ਼ਨ ਕਮਿਸ਼ਨ ਨੇ ਹੋਰ ਵੀ ਰਿਸਟ੍ਰਿਕਸ਼ਨ ਲਾਤੀਆਂ ਔਰ ਸਾਧਨ ਹੋਰ ਮੁਸ਼ਕਿਲ ਹੋ ਗਏ ਨੇ ਲੋਕਾਂ ਤੱਕ ਅਪਰੋਚ ਕਰਨ ਦੇ। ਸੋ ਇਹ ਚੀਜ਼ ਜਿੰਨੀ ਦੇਰੀ ਹੋਏਗੀ ਕੈਂਡੀਡੇਟ ਐਲਾਨਣ ਦੇ ਵਿੱਚ, ਉਸ ਦਾ ਖਮਿਆਜ਼ਾ ਜ਼ਰੂਰ ਭੁਗਤਣਾ ਪੈਂਦਾ ਹੈ ਉਮੀਦਵਾਰਾਂ ਨੂੰ। ਕਿਤੇ ਨਾ ਕਿਤੇ ਇੱਕ ਹੋਰ ਵੀ ਰਣਨੀਤੀ ਜ਼ਰੂਰ ਰਹਿੰਦੀ ਹੈ ਕਿ ਬਾਗੀ ਹੋਣ ਦਾ ਵੀ ਡਰ ਬਹੁਤ, ਬਾਗੀ ਹੋਣ ਦਾ ਡਰ ਕਿ ਬਾਗੀ ਜੇ ਹੋ ਗਏ ਤਾਂ ਫਿਰ ਕੀ ਕਰਾਂਗੇ। ਜੇ 20 ਵਿਧਾਇਕਾਂ ਦੀ ਜੋ ਬਹੁਤ ਚਰਚਾ ਇਸ ਸਮੇਂ ਕਿ 15 ਤੋਂ 20 ਵਿਧਾਇਕਾਂ ਦੀ ਟਿਕਟ ਕੱਟੀ ਜਾ ਸਕਦੀ ਹੈ, ਜੇ ਇੰਨੀ ਵੱਡੀ ਤਾਦਾਦ ਦੇ ਵਿੱਚ ਵਿਧਾਇਕਾਂ ਦੀ ਟਿਕਟ ਕੱਟ ਦਿੱਤੀ ਗਈ ਤਾਂ ਫਿਰ ਵੱਡਾ ਸਵਾਲ ਹੋਏਗਾ ਕਿ ਆਖਿਰ ਕਿਸ ਤਰੀਕੇ ਨਾਲ ਕੰਟਰੋਲ ਕਰੇਗੀ ਇਸ ਚੀਜ਼ ਨੂੰ ਕਾਂਗਰਸ। ਖੈਰ ਇਹ ਵੱਡੀ ਖਬਰ ਇਸ ਕਰਕੇ ਹੈ, ਵੱਡੇ ਚਿਹਰੇ 3 ਕਾਂਗਰਸ ਦੇ ਉਹ ਆਪਸ ਦੇ ਵਿੱਚ ਭਿੜ ਰਹੇ ਨੇ ਟਿਕਟਾਂ ਨੂੰ ਲੈ ਕੇ, ਇਹ ਸੂਤਰ ਦੱਸ ਰਹੇ ਨੇ। ਤਾਂ ਹੁਣ ਕਿਵੇਂ ਹੋਏਗੀ ਸਾਫ਼ ਟਿਕਟਾਂ ਦੀ ਇਹ ਜੰਗ, ਇਹ ਹੁਣ ਕਾਂਗਰਸ ਹੀ ਜਾਣੇ, ਕਾਂਗਰਸ ਹਾਈ ਕਮਾਨ ਜਾਣੇ। ਤਾਂ ਟਿਕਟਾਂ ਨੂੰ ਲੈ ਕੇ ਪੇਚ ਫਸਿਆ ਹੋਇਆ ਕਾਂਗਰਸ ਹਾਈ ਕਮਾਨ ਦੇ ਵਿੱਚ। ਇੱਕ ਹੋਰ ਵੱਡੀ ਖਬਰ ਆ ਰਹੀ ਹੈ ਬਠਿੰਡਾ ਤੋਂ, ਉਸ ਖਬਰ ਦਾ ਜ਼ਿਕਰ ਕਰ ਲੈਂਦੇ ਆ। ਖਬਰ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ, ਜਿਨ੍ਹਾਂ ਨੂੰ ਜੋਜੋ ਕਿਹਾ ਜਾਂਦਾ ਹੈ, ਜੋਜੋ ਜੌਹਲ, ਉਹਨਾਂ ਦੇ ਨਾਲ ਸੰਬੰਧਿਤ ਇਹ ਖਬਰ ਹੈ। ਔਰ ਇਲਜ਼ਾਮ ਨੇ ਕਿ ਖਰੀਦੋ ਫਰੋਖਤ ਦੀ ਕੋਸ਼ਿਸ਼ ਹੋ ਰਹੀ ਹੈ, ਖਰੀਦੋ ਫਰੋਖਤ ਦੀ ਕੋਸ਼ਿਸ਼ ਹੋ ਰਹੀ ਹੈ ਵੋਟਰਾਂ ਦੀ, ਵੋਟਾਂ ਨੂੰ ਖਰੀਦਿਆ ਜਾ ਰਿਹਾ ਹੈ। ਇਹ ਇਲਜ਼ਾਮ ਲਾਏ ਨੇ ਅਕਾਲੀ ਦਲ ਨੇ ਔਰ ਬਕਾਇਦਾ ਇਸ ਨੂੰ ਲੈ ਕੇ ਅਕਾਲੀ ਦਲ ਨੇ ਸ਼ਿਕਾਇਤ ਦਿੱਤੀ ਹੈ ਖਰੀਦੋ ਫਰੋਖਤ ਤੇ ਇਲਜ਼ਾਮ ਲਾ ਕੇ। ਗੌਰਵ, ਇਹ ਐਕਸਰਸਾਈਜ਼ ਜਿਹੜੀ ਹੈ ਇਹ ਆਮ ਤੌਰ ਤੇ ਵੋਟਾਂ ਦੇ ਨੇੜੇ ਜਾ ਕੇ ਦੇਖਣ ਨੂੰ ਮਿਲਦੀ ਹੈ, ਪਰ ਪਹਿਲਾਂ ਹੀ ਸ਼ਿਕਾਇਤਾਂ ਲੱਗਣੀਆਂ ਸ਼ੁਰੂ ਹੋ ਗਈਆਂ ਔਰ ਇਹ ਸ਼ੁਰੂਆਤ ਹੋ ਗਈ ਹੈ। ਇਸ ਕਰਕੇ ਵੀ ਇਸ ਵਾਰ ਪੰਜਾਬ ਦੇ ਵਿੱਚ ਅਲੱਗ ਸਮੀਕਰਨ ਨਜ਼ਰ ਆ ਸਕਦੇ ਨੇ, ਕਿਉਂਕਿ ਵੋਟਾਂ ਦੀ ਜੋ ਅਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਇਸ ਵਾਰ ਪੰਜਾਬ 'ਚ ਇਹ ਨਹੀਂ ਹੋਣਾ ਕਿ 25-25 ਹਜ਼ਾਰ ਤੇ ਕੋਈ ਜਿੱਤ ਗਿਆ, ਹੋ ਸਕਦਾ 2-4 ਸੀਟਾਂ ਅਜਿਹੀਆਂ ਹੋਣ, ਪਰ ਬਹੁਤ ਫਸਵੀਂ, ਬਹੁਤ ਜ਼ਬਰਦਸਤ ਟੱਕਰ ਪੰਜਾਬ ਦੇ ਵਿੱਚ ਇਸ ਵਾਰ ਨਜ਼ਰ ਆਏਗੀ, ਕਿਉਂਕਿ ਧਿਰਾਂ ਬਹੁਤ ਸਾਰੀਆਂ, ਫਰੰਟ ਬਹੁਤ ਸਾਰੇ ਨਜ਼ਰ ਆਉਂਦੇ ਨੇ। ਜੈਜੀਤ ਸਿੰਘ ਜੌਹਲ, ਜੋ ਜਹਿਲ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਮਨਪ੍ਰੀਤ ਬਾਦਲ ਖਜ਼ਾਨਾ ਮੰਤਰੀ ਦੇ ਰਿਸ਼ਤੇਦਾਰ ਨੇ ਤੇ ਉਹਨਾਂ ਦੇ ਉੱਤੇ ਇਲਜ਼ਾਮ ਇਹ ਲਗਾਏ ਜਾ ਰਹੇ ਨੇ। ਹਾਲਾਂਕਿ ਇਹਨਾਂ 'ਚ ਕਿੰਨੀ ਸੱਚਾਈ ਹੈ, ਇਹਨਾਂ ਦਾ ਆਧਾਰ ਕੀ ਹੈ, ਕਿਉਂਕਿ ਅਕਾਲੀ ਦਲ ਇਹ ਕਹਿ ਰਿਹਾ ਕਿ ਫਾਰਮ ਭਰਵਾਏ ਜਾ ਰਹੇ ਨੇ ਔਰ 10,000 ਰੁਪਇਆ ਦੇਣ ਦਾ ਵਾਅਦਾ ਕੀਤਾ ਜਾ ਰਿਹਾ। ਹੁਣ ਇਹਨਾਂ 'ਚ ਸੱਚਾਈ ਕੀ ਹੈ ਇਲੈਕਸ਼ਨ ਕਮਿਸ਼ਨ ਨੇ ਦੇਖਣਾ ਹੈ, ਪਰ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਨੇ। ਅਸੀਂ ਤੁਹਾਨੂੰ ਸੁਣਾ ਦਿੰਨੇ ਆ ਇਲਜ਼ਾਮ ਕੀ ਲਾਏ ਜਾ ਰਹੇ। ਬੇਸਿਕਲੀ ਕੋਈ ਫਾਰਮ ਭਰਾਏ ਜਾ ਰਹੇ ਕਿਸੇ ਤਰੀਕੇ ਦੇ, ਕੋਈ ਸੋਲਰ ਦੇ ਜਾਂ ਕੋਈ ਸਿਲਾਈ ਮਸ਼ੀਨਾਂ ਦੇ, ਕੋਈ ਰੈੱਡ ਕਰਾਸ ਦੇ, ਤੇ ਉੱਥੇ ਜਾ ਕੇ ਜਦੋਂ ਅਸੀਂ ਦੇਖਿਆ ਲਗਭਗ ਆਟੋਆਂ ਤੇ ਭਰ ਕੇ ਜਿਹੜੇ ਗਰੀਬ ਬਸਤੀਆਂ 'ਚੋਂ ਬੰਦਿਆਂ ਨੂੰ ਲਿਆਇਆ ਜਾ ਰਿਹਾ ਸੀ। ਉਹ ਲਾਈਵ ਵੀ ਕੀਤਾ, ਸਾਰਾ ਔਨ ਰਿਕਾਰਡ ਹੈ, ਸਾਰੀਆਂ ਵੀਡੀਓਜ਼ ਅਵੇਲੇਬਲ ਹੈ। ਉਹਨਾਂ ਨੂੰ ਪੁੱਛਿਆ ਅਸੀਂ, ਉਹ ਕਹਿੰਦੇ ਸਾਡੇ ਤੋਂ ਆਧਾਰ ਕਾਰਡ ਤੇ ਵੋਟਰ ਕਾਰਡ ਲੈ ਕੇ ਇਹ ਸਾਨੂੰ ਕਹਿ ਰਹੇ ਆ ਕੁਛ ਨਾ ਕੁਛ ਦੇਣਗੇ ਸਾਨੂੰ। ਤਾਂ ਜਦੋਂ ਅਸੀਂ ਅੰਦਰ ਗਏ ਤਾਂ ਉਹ ਵੀ ਔਨ ਰਿਕਾਰਡ ਲਾਈਵ ਕੀਤਾ ਹੋਇਆ ਸੀ, ਉਹਨਾਂ ਨੂੰ ਜਵਾਬ ਨਹੀਂ ਆਇਆ। ਉੱਥੇ ਜੈਜੀਤ ਜੌਹਲ ਆਪ ਮੌਜੂਦ ਸੀ, ਡਾਕਟਰ ਗਗਨ ਮੌਜੂਦ ਸੀ। ਬਹਾਨਾ ਉਹਨਾਂ ਨੇ ਮਾਰਿਆ ਮੈਡੀਕਲ ਕੈਂਪ ਸੀਗਾ, ਪਰ ਮੈਡੀਕਲ ਕੈਂਪ ਲਗਾਉਣ ਦਾ ਸਿਸਟਮ ਤੇ ਮੈਂ ਕਹੂੰਗਾ ਲੰਗਰ ਲਗਾਉਣ ਦਾ ਸਿਸਟਮ ਦੋਨੋਂ ਬਹੁਤ ਅਲੱਗ ਹੁੰਦੇ ਆ। ਔਰ ਮੌਕੇ ਤੇ ਡਾਕੂਮੈਂਟ ਲੋਕਾਂ ਦੇ ਹੱਥ 'ਚ ਦੇਖੇ ਜਾ ਸਕਦੇ, ਔਰ ਮੌਕੇ ਤੇ ਸਬੂਤ ਲੋਕਾਂ ਨੇ ਮੰਨਿਆ। ਇਹ ਅਸੀਂ ਨਹੀਂ ਕਹਿ ਰਹੇ, ਲੋਕ ਕਹਿ ਰਹੇ ਆ ਕਿ ਸਾਨੂੰ ਕਿਸੇ ਨਾ ਕਿਸੇ ਚੀਜ਼ ਵਾਸਤੇ ਦੇਣ ਵਾਸਤੇ ਬੁਲਾਇਆ ਗਿਆ ਸੀ।
ਤਾਂ ਰੁਕ ਕਰਦੇ ਹਾਂ ਅਸੀਂ ਬਠਿੰਡਾ ਦਾ ਹੀ, ਕਿਉਂਕਿ ਪੂਰਾ ਮਾਮਲਾ ਇਲੈਕਸ਼ਨ ਦੇ ਨਾਲ ਜੁੜਿਆ ਹੋਇਆ ਔਰ ਬਠਿੰਡਾ ਦੇ ਵਿੱਚ ਇਸ ਸਮੇਂ ਸਿਆਸੀ ਜੰਗ ਬੜੀ ਜ਼ਬਰਦਸਤ ਨਜ਼ਰ ਆ ਰਹੀ ਹੈ। ਸੂਰਜ ਪਾਨ ਸਾਡੇ ਸਹਿਯੋਗੀ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਜੁੜ ਰਹੇ ਨੇ। ਸੂਰਜ, ਸਮਝਾਓ ਪੂਰਾ ਮਾਮਲਾ, ਕਿਉਂਕਿ ਅਕਾਲੀ ਦਲ ਜੋ ਇਲਜ਼ਾਮ ਲਗਾ ਰਿਹਾ ਹੈ, ਦਾਅਵਾ ਕਰ ਰਿਹਾ ਹੈ ਕਿ ਸਾਡੇ ਕੋਲ ਤੱਥ ਪੂਰੇ ਨੇ, ਸਬੂਤ ਪੂਰੇ ਨੇ, ਕੀ ਕੁਝ ਕਹਿਣਾ ਇਹਨਾਂ ਦਾ ਜੋ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ? ਦੇਖੋ, ਦੀਨਮ ਸਿੰਗਲਾ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜੇ ਵਿਧਾਇਕ ਨੇ, ਪੂਰਵ ਵਿਧਾਇਕ ਨੇ, ਉਹਨਾਂ ਦੇ ਬੇਟੇ ਨੇ, ਔਰ ਉਹਨਾਂ ਨੇ ਦਾਅਵਾ ਇਹ ਕੀਤਾ ਕਿ ਇੱਥੇ ਨਿੱਜੀ ਹਸਪੀਟਲ ਗਗਨ ਗੈਸਟ ਹਾਊਸ ਦੇ ਵਿੱਚ ਲੋਕਾਂ ਦੇ ਕਾਰਡ ਬਣਾਏ ਜਾ ਰਹੇ ਸੀ। ਇੱਥੋਂ ਤੱਕ ਵੀ ਆਰੋਪ ਲੱਗੇ ਨੇ ਕਿ ਉਹਨਾਂ ਨੂੰ ਲੋਕਾਂ ਨੂੰ 10-10,000 ਰੁਪਏ ਦੇਣ ਦਾ ਪ੍ਰੋਮਿਸ ਕੀਤਾ ਸੀ, ਜਿਹੜੇ ਕਿ ਵੀਡੀਓ ਦੇ ਵਿੱਚ ਵੀ ਨਜ਼ਰ ਆ ਰਿਹਾ। ਲੋਕ ਵੀ ਕਹਿ ਰਹੇ ਨੇ ਕਿ ਸਾਨੂੰ ਇੱਥੇ ਬੁਲਾਇਆ ਗਿਆ, ਜ਼ਿਆਦਾਤਰ ਗਰੀਬ ਲੋਕਾਂ ਨੂੰ ਇਕੱਠਾ ਕੀਤਾ ਗਿਆ, ਆਟੋ ਪਰ ਇੱਥੇ ਲਿਆਏ ਗਏ। ਪਰ ਦੂਸਰੇ ਪਾਸੇ ਜੈਜੀਤ ਸਿੰਘ ਜੌਹਲ ਨੇ ਆਪਣੀ ਸਫਾਈ ਦਿੱਤੀ ਹੈ, ਕਹਿ ਰਹੇ ਕਿ ਅਸੀਂ ਸਿਰਫ ਇੱਕ ਮੈਡੀਕਲ ਕੈਂਪ ਲਾਇਆ ਸੀ, ਪਰ ਇਹਨਾਂ ਨੂੰ ਭੁਲੇਖਾ ਹੋਰ ਸੀ ਕਿ ਇੱਥੇ ਪੈਸੇ ਵੰਡੇ ਜਾ ਰਹੇ ਨੇ, ਕੋਈ ਪੈਸਿਆਂ ਵਾਲੀ ਗੱਲ ਨਹੀਂ ਹੈ। ਦੂਸਰਾ ਮਾਮਲਾ ਇਹ ਹੈ ਕਿ ਕੁਝ ਦਿਨ ਪਹਿਲਾਂ, ਕੱਲ ਦੀ ਗੱਲ ਹੈ, ਇੱਥੇ ਸੋਲਰ ਸਿਸਟਮ ਹੈ, ਜਿਹੜੀ ਸਰਕਾਰ, ਕੇਂਦਰ ਸਰਕਾਰ ਦੀ ਸਕੀਮ ਹੈ, ਉਹ ਸੋਲਰ ਵਾਲੀਆਂ ਪਲੇਟਾਂ ਵੰਡੀਆਂ ਜਾ ਰਹੀਆਂ ਨੇ। ਉਸ ਨੂੰ ਲੈ ਕੇ ਵੀ ਅਕਾਲੀ ਦਲ ਕਿਤੇ ਨਾ ਕਿਤੇ ਔਖਾ ਹੈ। ਅਕਾਲੀ ਦਲ ਨੂੰ ਇਹ ਲੱਗ ਰਿਹਾ ਕਿ ਵੋਟਾਂ ਹੈ ਇਹ ਕਿਤੇ ਨਾ ਕਿਤੇ ਪ੍ਰਭਾਵਿਤ ਹੋਣੀ। ਜਦੋਂ ਫ੍ਰੀ ਦੇ ਵਿੱਚ ਚੀਜ਼ ਕੋਈ ਰਾਜਨੇਤਾ ਵੰਡਦਾ ਹੈ ਤਾਂ ਜ਼ਾਹਿਰ ਤੌਰ ਤੇ ਲੋਕਾਂ ਵੋਟਾਂ ਦੇ ਨਾਲ ਜੋੜ ਕੇ ਇਸ ਨੂੰ ਵੇਖਿਆ ਜਾਂਦਾ ਹੈ। ਦੂਸਰੇ ਪਾਸੇ ਸਰੂਪ ਸਿੰਗਲਾ ਨੇ ਇਸ ਦੀ ਪੂਰੇ ਮਾਮਲੇ ਦੀ ਜਿਹੜੀ ਸ਼ਿਕਾਇਤ ਹੈ ਉਹ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਹੈ, ਪਰ ਇਹਨਾਂ ਸਾਰੇ ਆਰੋਪਾਂ ਨੂੰ ਬੇਬੁਨਿਆਦ ਦੱਸਿਆ ਜੈਜੀਤ ਸਿੰਘ ਜੌਹਲ ਨੇ। ਉਹਨਾਂ ਨੇ ਕਿਹਾ ਕਿ ਸਿਰਫ ਅਕਾਲੀ ਦਲ ਦੀ ਬੁਖਲਾਹਟ ਦਾ ਨਤੀਜਾ, ਕੋਈ ਵੀ ਇਸ ਤਰ੍ਹਾਂ ਦੀ ਗੱਲਬਾਤ ਫਿਲਹਾਲ ਨਜ਼ਰ ਨਹੀਂ ਆ ਰਹੀ ਹੈ। ਧੰਨਵਾਦ ਸੂਰਜ ਇਸ ਜਾਣਕਾਰੀ ਦੇ ਲਈ। ਤਾਂ ਜੈਜੀਤ ਸਿੰਘ ਜੌਹਲ ਇਹਨਾਂ ਨੂੰ ਬੇਬੁਨਿਆਦ ਦੱਸ ਰਹੇ ਨੇ। ਉਹਨਾਂ ਨੇ ਕਿਹਾ ਹੈ ਕਿ ਇਹ ਸਿਰਫ ਬੁਖਲਾਹਟ ਹੈ ਅਕਾਲੀ ਦਲ ਦੀ, ਇਸ ਕਰਕੇ ਇਸ ਤਰੀਕੇ ਦੇ ਇਲਜ਼ਾਮ ਲਾਏ ਜਾ ਰਹੇ ਨੇ। ਪਰ ਇਲਜ਼ਾਮ ਲੱਗਣ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਚੋਣਾਂ ਤੱਕ ਲੱਗਦਾ ਹੈ ਕਿ ਇਹੋ ਜਿਹੀਆਂ ਚੀਜ਼ਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿਣਗੀਆਂ। ਜਦੋਂ ਕੋਸ਼ਿਸ਼ ਹੁੰਦੀ ਹੈ, ਚਾਹੇ ਕਿਸੇ ਵੀ ਤਰੀਕੇ ਜ਼ਰੀਏ ਹੋਵੇ, ਪਰ ਦੂਸਰੀਆਂ ਪਾਰਟੀਆਂ ਸ਼ੱਕ ਜ਼ਾਹਿਰ ਕਰਦੀਆਂ ਔਰ ਬਕਾਇਦਾ ਇਸ ਬਾਬਤ ਲਿਖਤੀ ਸ਼ਿਕਾਇਤਾਂ ਤੱਕ ਦਿੱਤੀਆਂ ਜਾਂਦੀਆਂ। ਬਿਲਕੁਲ, ਔਰ ਜਿਵੇਂ ਅਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਆਮ ਤੌਰ ਤੇ ਇਲੈਕਸ਼ਨ ਤੋਂ 1-2 ਦਿਨ ਪਹਿਲਾਂ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ, ਖਾਸ ਤੌਰ ਤੇ ਜਿਹੜਾ ਆਦਰਸ਼ ਕੋਡ ਆਫ ਕੰਡਕਟ ਲੱਗ ਜਾਂਦਾ ਹੈ, ਜਦੋਂ ਇਲੈਕਸ਼ਨ ਤੋਂ ਕਰੀਬ 36 ਤੇ 48 ਘੰਟੇ ਪਹਿਲਾਂ ਚੋਣ ਪ੍ਰਚਾਰ ਰੁਕ ਜਾਂਦਾ ਹੈ, ਉਸ ਨੂੰ ਕਿਹਾ ਜਾਂਦਾ ਹੈ ਕਿ ਕਿਆਮਤ ਦੀ ਰਾਤ ਹੈ ਔਰ ਚੋਣਾਂ ਤੋਂ ਪਹਿਲਾਂ ਠੀਕ ਪੈਸੇ ਵੰਡੇ ਜਾਂਦੇ ਨੇ, ਭਰੋਸੇ ਦਿੱਤੇ ਜਾਂਦੇ ਨੇ, ਵਰਗਲਾਇਆ ਜਾਂਦਾ, ਇਸ ਤਰੀਕੇ ਦੇ ਇਲਜ਼ਾਮ ਲੱਗਦੇ ਨੇ। ਪਰ ਉਸ ਤੋਂ ਪਹਿਲਾਂ ਇਸ ਵਾਰ ਇਹ ਸਭ ਚੀਜ਼ਾਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ। ਪੰਜਾਬ ਦੀ ਸਿਆਸਤ ਦੇ ਵਿੱਚ ਇਸ ਇਲਜ਼ਾਮਾਂ ਦੀ ਵੀ ਐਂਟਰੀ ਹੋ ਚੁੱਕੀ ਹੈ ਕਿ ਪੈਸਿਆਂ ਦੇ ਨਾਲ ਵੋਟਾਂ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ। ਇੱਕ ਹੋਰ ਵੱਡੀ ਖਬਰ ਉਸ ਦਾ ਰੁਖ ਕਰਦੇ ਹਾਂ। ਵੱਡੀ ਖਬਰ ਹੈ ਕਾਂਗਰਸ ਵਿਧਾਇਕ ਦੇ ਨਾਲ ਜੁੜੀ ਹੋਈ, ਜੋ ਸਵਾਲਾਂ ਦੇ ਵਿੱਚ ਨੇ, ਤੇ ਤੁਹਾਨੂੰ ਦੱਸ ਦਈਏ ਕਿ ਸਾਈਕਲ, ਇਹ ਖਬਰ ਕਾਂਗਰਸ ਦੇ ਵਿਧਾਇਕ ਦੇ ਨਾਲ ਜੁੜੀ ਹੋਈ ਆ ਰਹੀ ਹੈ। ਟੀਮ ਨੇ ਮੌਕੇ ਦੇ ਉੱਤੇ ਪਹੁੰਚ ਕੇ ਕੁਝ ਸਾਈਕਲ ਜ਼ਬਤ ਕੀਤੇ ਨੇ ਕਿ ਉੱਥੇ ਸਾਈਕਲ ਵੰਡੇ ਜਾ ਰਹੇ ਸੀ। ਮਾਮਲੇ ਦੀ ਜਾਂਚ ਕਰ ਰਹੇ ਹਾਂ। ਚੋਣ ਕਮਿਸ਼ਨ ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਅਸੀਂ ਇਸ ਪੂਰੇ ਮਾਮਲੇ ਦੇ ਵਿੱਚ ਮਾਮਲੇ ਦੀ ਜਾਂਚ ਕਰ ਰਹੇ ਹਾਂ ਔਰ ਇੱਕ ਕਾਂਗਰਸ ਦੇ ਵਿਧਾਇਕ ਦੇ ਉੱਤੇ ਸਾਈਕਲ ਵੰਡਣ ਦੇ ਇਲਜ਼ਾਮ ਲੱਗੇ ਨੇ। ਜਦੋਂ ਕੋਡ ਆਫ ਕੰਡਕਟ ਲੱਗ ਜਾਵੇ ਤਾਂ ਫਿਰ ਇਸ ਤਰੀਕੇ ਨਾਲ ਤਾਂ ਤੁਸੀਂ ਨਹੀਂ ਵੰਡ ਸਕਦੇ ਸਾਈਕਲ। ਜੋ ਇਲਜ਼ਾਮ ਨੇ, ਇਲਜ਼ਾਮ ਸੱਚੇ ਨੇ ਨਹੀਂ ਨੇ, ਉਹ ਜਾਂਚ ਦਾ ਵਿਸ਼ਾ ਜ਼ਰੂਰ ਹੈ। ਬਿਲਕੁਲ ਅੰਮ੍ਰਿਤਸਰ ਤੋਂ ਇਹ ਵਿਧਾਇਕ ਨੇ ਜਿਨ੍ਹਾਂ ਤੇ ਇਲਜ਼ਾਮ ਲੱਗੇ ਨੇ ਔਰ ਸਾਈਕਲ ਵੰਡਣ ਦੀ ਗੱਲ ਕਹੀ ਜਾ ਰਹੀ ਹੈ, ਕਿਉਂਕਿ ਇਹ ਐਕਸਰਸਾਈਜ਼, ਜਿਵੇਂ ਗੌਰਵ ਜ਼ਿਕਰ ਕਰ ਰਹੇ ਸੀ ਕਿ ਪਹਿਲਾਂ ਕਿਆਮਤ ਦੀ ਰਾਤ ਦਾ ਜ਼ਿਕਰ ਹੁੰਦਾ ਸੀ ਕਿ ਚੋਣਾਂ ਤੋਂ ਇੱਕ ਰਾਤ ਪਹਿਲਾਂ ਇਹੋ ਜਿਹੀਆਂ ਐਕਸਰਸਾਈਜ਼ ਕੀਤੀਆਂ ਜਾਂਦੀਆਂ ਸੀ, ਪਰ ਅੱਜ ਕੱਲ ਸਭ ਨੂੰ ਪਤਾ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਕੁਝ ਵੀ ਪੋਸੀਬਲ ਨਹੀਂ ਹੁੰਦਾ। ਇਸ ਕਰਕੇ ਸ਼ੁਰੂਆਤ ਤੋਂ ਹੀ ਵੋਟਰਾਂ ਨੂੰ ਭਰਮਾਉਣ ਦੀ ਜਿਹੜੀ ਇਹ ਕਵਾਇਦ ਹੈ ਉਹ ਚੱਲ ਪੈਂਦੀ ਹੈ ਔਰ ਵੱਖਰੇ ਤਰੀਕੇ ਦੇ ਨਾਲ ਐਡਵਾਂਸ ਦੇ ਵਿੱਚ ਉਹਨਾਂ ਨੂੰ ਇੱਕ ਤਰੀਕੇ ਨਾਲ ਉਹਨਾਂ ਦੀ ਬੁਕਿੰਗ ਤੱਕ ਕਰ ਲਈ ਜਾਂਦੀ ਹੈ। ਇਲਜ਼ਾਮ ਜ਼ਰੂਰ ਲੱਗਦੇ ਨੇ। ਹੁਣ ਇਹਨਾਂ 'ਚ ਕਿੰਨੀ ਕੁ ਸੱਚਾਈ ਹੈ ਕਿ ਇਸ ਬਾਬਤ ਦੂਜੀਆਂ ਧਿਰਾਂ ਨੇ ਉਹਨਾਂ ਦਾ ਕਹਿਣਾ ਹੈ, ਪਰ ਇਸ ਤਰੀਕੇ ਦੇ ਇਲਜ਼ਾਮ, ਜਿਵੇਂ ਅਸੀਂ ਬਠਿੰਡਾ ਦਾ ਜ਼ਿਕਰ ਕਰ ਰਹੇ ਸੀ, ਉੱਥੇ ਜੈਜੀਤ ਜੌਹਲ ਨੇ ਕਿਹਾ ਕਿ ਸਾਰੇ ਬੇਬੁਨਿਆਦ ਨੇ, ਅਕਾਲੀ ਦਲ ਦੀ ਬੁਖਲਾਹਟ ਹੈ। ਉਸੇ ਤਰੀਕੇ ਨਾਲ ਹੁਣ ਅੰਮ੍ਰਿਤਸਰ ਦੇ ਵਿੱਚ ਇੱਕ ਵਿਧਾਇਕ ਤੇ ਇਲਜ਼ਾਮ ਲੱਗੇ ਨੇ ਕਿ ਉਹ ਸਾਈਕਲ ਵੰਡ ਰਹੇ ਨੇ। ਸੁਣਵਾਉਂਦੇ ਹਾਂ ਤੁਹਾਨੂੰ ਕੁਝ ਬਿਆਨ ਵੀ ਸਾਹਮਣੇ ਆ ਰਹੇ ਨੇ ਇਸ ਪੂਰੇ ਮਾਮਲੇ ਦੇ ਵਿੱਚ। ਕੰਟਰੋਲ ਰੂਮ ਤੇ ਕਾਲ ਆਈ ਕਿ ਜਿਹੜੇ ਤਾਜ ਪੈਲੇਸ ਲੋਕੇਸ਼ਨ ਦੇ ਉੱਤੇ ਹੈਗੇ ਆ, ਉੱਥੇ ਕਾਂਗਰਸ ਦੇ ਜਿਹੜੇ ਪ੍ਰੋਸਪੈਕਟਿਵ ਕੈਂਡੀਡੇਟ ਹੈ ਇੰਦਰਜੀਤ ਬੁਲਾਰੀਆ, ਉਹਨਾਂ ਵੱਲੋਂ ਸਾਈਕਲ ਵੰਡੇ ਜਾ ਰਹੇ ਆ। ਐਂਡ ਬੇਸਿਕਲੀ ਫਿਰ ਅਸੀਂ ਆਪਣੀ ਐਫਐਸਟੀ ਟੀਮ ਨੂੰ ਐਕਟੀਵੇਟ ਕੀਤਾ, ਐਫਐਸਟੀ ਟੀਮ ਨੂੰ ਭੇਜਿਆ ਉੱਥੇ। ਐਂਡ ਐਫਐਸਟੀ ਦੀ ਟੀਮ ਦੇ ਰਿਪੋਰਟ ਦੇ ਅਕੋਰਡਿੰਗ ਉੱਥੇ ਕੋਈ ਸੰਸਥਾ ਸੀਗੀ, ਜਿਹੜੇ ਸਾਈਕਲ ਵਗੈਰਾ ਸੀਗੇ ਉਹਨਾਂ ਤੇ ਕੋਈ ਪੋਲੀਟੀਕਲ ਪਾਰਟੀ ਦੀ ਫੋਟੋ ਤਾਂ ਨਹੀਂ ਸੀ, ਪਰ ਸੰਸਥਾ ਦਾ ਨਾਮ ਵਗੈਰਾ ਸੀਗਾ। ਪਰ ਸਾਈਡ ਬਾਏ ਸਾਈਡ ਸੋਸ਼ਲ ਮੀਡੀਆ ਦੇ ਉੱਤੇ ਇੱਕ ਐਡ ਵੀ ਪਲੇ ਹੋ ਰਹੀ ਸੀ ਜਿਹਦੇ ਵਿੱਚ ਬੁਲਾਰੀਆ ਸਾਹਿਬ ਦੀ ਫੋਟੋ ਸੀ, ਤਾਂ ਉਹ ਕਹਿ ਰਹੇ ਸੀਗੇ ਕਿ ਅੱਜ ਦੀ ਡੇਟ ਹੀ ਮੈਂਸ਼ਨ ਸੀ ਕਿ ਇੱਥੇ ਤਾਜ ਪੈਲੇਸ ਵਿਖੇ ਸਾਈਕਲ ਵੰਡੇ ਜਾਣਗੇ। ਅਸੀਂ ਫਿਰ ਇਮੀਡੀਏਟ ਕਾਰਵਾਈ ਕਰਦੇ ਹੋਏ ਮੈਂ ਆਪਣੇ ARO ਐਂਡ ਕੰਸਰਨਡ ACP ਨੂੰ ਉੱਥੇ ਭੇਜਿਆ। ਐਂਡ ਜਿੰਨੇ ਵੀ ਟਰੱਕ ਸੀਗੇ, 6 ਟਰੱਕਸ ਮੈਂ ਇਮੀਡੀਏਟਲੀ ਇਹਨਾਂ ਨੂੰ ਸੀਜ਼ ਕਰਨ ਦੇ ਆਰਡਰ ਕਰ ਦਿੱਤੇ।
ਤਾਂ ਇਸ ਬਾਬਤ ਹੋਰ ਗੱਲਬਾਤ ਕਰਦੇ ਹਾਂ। ਅਮਿਤ ਸ਼ਰਮਾ ਸਾਡੇ ਸਹਿਯੋਗੀ ਜੁੜੇ ਨੇ ਅੰਮ੍ਰਿਤਸਰ ਤੋਂ। ਅਮਿਤ, ਕੀ ਜਾਣਕਾਰੀ ਹੈ? ਇੰਦਰਬੀਰ ਬੁਲਾਰੀਆ ਦਾ ਨਾਮ ਆ ਰਿਹਾ ਹੈ ਕਿ ਸਾਈਕਲ ਵੰਡੇ ਜਾ ਰਹੇ ਸੀ, ਕੀ ਉਹਨਾਂ ਦੇ ਨਾਲ ਗੱਲ ਹੋਈ ਹੈ? ਉਹਨਾਂ ਦਾ ਕੀ ਕਹਿਣਾ ਹੈ? ਜਾਂ ਇਹ ਰੂਟੀਨ ਐਕਸਰਸਾਈਜ਼ ਸੀ? ਕਿਉਂਕਿ ਇਸ ਵੇਲੇ ਤਾਂ ਜਦੋਂ ਇਲੈਕਸ਼ਨ ਕੋਡ ਲੱਗ ਚੁੱਕਿਆ, ਫਿਰ ਰੂਟੀਨ ਐਕਸਰਸਾਈਜ਼ ਵੀ ਹੋਵੇ ਉਹ ਵੀ ਸਵਾਲਾਂ ਦੇ ਘੇਰੇ 'ਚ ਆਈ ਜਾਂਦੀ ਹੈ। ਜੀ ਬਿਲਕੁਲ ਵਿਜੇ, ਸਵਾਲਾਂ ਦੇ ਘੇਰੇ 'ਚ ਆ ਹੀ ਜਾਂਦੀ ਹੈ ਕਿਉਂਕਿ ਇਸ ਬਾਰੇ ਇੱਕ NGO ਦੁਆਰਾ ਸਾਈਕਲ ਵੰਡੇ ਜਾ ਰਹੇ ਸੀ, ਲੇਕਿਨ ਇਸ ਤੋਂ ਪਹਿਲਾਂ ਜਿਹੜਾ ਕਿ ਪ੍ਰਚਾਰ ਇੱਕ ਕੀਤਾ ਜਾ ਰਿਹਾ ਸੀ ਕਿ ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਸਾਈਕਲ ਵੰਡੇ ਜਾ ਰਹੇ ਨੇ, ਲੇਕਿਨ NGO ਨੂੰ ਵਿੱਚ ਰੱਖਿਆ ਗਿਆ ਹੈ। ਸੋ ਜਿਸ ਤੋਂ ਬਾਅਦ ਜਦੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਤੇ ਇਸ ਦੀ ਜਿਹੜੀ ਰਿਪੋਰਟ ਹੈ ਚੋਣ ਕਮਿਸ਼ਨ ਕੋ ਵੀ ਪੁੱਜੀ, ਜਿਸ ਤੋਂ ਬਾਅਦ ਉਹਨਾਂ ਨੇ ਇੱਕ ਟੀਮ ਬਣਾ ਕੇ ਉਸ ਜਗ੍ਹਾ ਤੇ ਪੁੱਜੀ ਅਤੇ ਸਾਰੇ ਸਾਈਕਲ ਜ਼ਬਤ ਕਰ ਲਏ ਨੇ। ਲੇਕਿਨ ਉਸ ਫੇਸਬੁੱਕ ਪੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਇਹ ਚੋਣ ਪ੍ਰਚਾਰ ਜਿਹੜਾ ਕੀ ਹੈ ਪ੍ਰਚਾਰ ਕੀਤਾ ਜਾ ਰਿਹਾ ਸੀ। ਹਾਲਾਂਕਿ ਇੰਦਰਬੀਰ ਸਿੰਘ ਬੁਲਾਰੀਆ ਕੋਲੋਂ ਵੀ ਪੁੱਛਗਿੱਛ ਕੀਤੀ ਗਈ ਹੈ ਇਸ ਬਾਰੇ ਤੇ ਉਹਨਾਂ ਨੇ ਸਾਫ਼ ਤੌਰ ਤੇ ਮਨਾ ਕੀਤਾ ਹੈ ਕਿ ਇਹ ਸਾਈਕਲ ਉਹਨਾਂ ਵੱਲੋਂ ਨਹੀਂ ਵੰਡੇ ਜਾ ਰਹੇ। ਸੋ ਹੁਣ ਉਹ ਫੇਸਬੁੱਕ ਪੇਜ ਜਿਸ ਦੇ ਦੁਆਰਾ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਇੰਦਰਬੀਰ ਸਿੰਘ ਬੁਲਾਰੀਆ ਦੀ ਫੋਟੋ ਲਗਾਈ ਗਈ ਸੀ ਤੇ ਨਾਲ ਇਹ ਕਿਹਾ ਜਾ ਰਿਹਾ ਸੀ ਕਿ ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਇੱਕ NGO ਨੂੰ ਅੱਗੇ ਕਰਕੇ ਸਾਈਕਲ ਵੰਡੇ ਜਾ ਰਹੇ ਨੇ, ਉਸ ਫੇਸਬੁੱਕ ਪੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਹੁਣ ਤੱਕ ਚੋਣ ਕਮਿਸ਼ਨ ਵੱਲੋਂ ਜਿਹੜੀ ਟੀਮ ਗਠਿਤ ਕੀਤੀ ਗਈ ਸੀ, ਸਾਈਕਲ ਸਾਰੇ ਆਪਣੇ ਕੋਲ ਜ਼ਬਤ ਕਰ ਲਏ ਨੇ। ਜੀ ਵਿਜੇ। ਠੀਕ ਹੈ, ਸ਼ੁਕਰੀਆ ਅਮਿਤ ਇਸ ਜਾਣਕਾਰੀ ਦੇ ਲਈ। ਤਾਂ ਫੇਸਬੁੱਕ ਪੇਜ ਦੇ ਜ਼ਰੀਏ, ਇੱਕ ਫੇਸਬੁੱਕ ਪੋਸਟ ਦੇ ਜ਼ਰੀਏ ਇਹ ਦਾਅਵਾ ਕੀਤਾ ਗਿਆ ਸੀ ਕਿ ਸਾਈਕਲ ਵੰਡੇ ਜਾ ਰਹੇ ਨੇ, ਕਿਉਂਕਿ ਫੇਸਬੁੱਕ ਪੋਸਟ ਵੀ ਚੋਣ ਪ੍ਰਚਾਰ ਦੀ ਸ਼੍ਰੇਣੀ ਦੇ ਵਿੱਚ ਆਉਂਦੀ ਹੈ। ਇਸ ਕਰਕੇ ਦੂਸਰੀਆਂ ਜਿਹੜੀਆਂ ਸੰਬੰਧਿਤ ਧਿਰਾਂ ਨੇ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਹੈ। ਹੁਣ ਇਲੈਕਸ਼ਨ ਕਮਿਸ਼ਨ ਇਸ ਨੂੰ ਖੰਗਾਲੇਗਾ, ਵਿਚਾਰੇਗਾ ਕਿ ਕੀ ਵਾਕਿਆ ਹੀ ਇਸ ਦੇ ਪਿੱਛੇ ਜੋ ਹੈ ਕੋਈ ਸਟ੍ਰੈਟਜੀ ਕੰਮ ਕਰ ਰਹੀ ਹੈ ਜਾਂ ਫਿਰ ਇਹ ਇੱਕ ਰੂਟੀਨ ਐਕਸਰਸਾਈਜ਼ ਹੈ। ਪਰ ਇਹੋ ਜਿਹੀਆਂ ਐਕਸਰਸਾਈਜ਼ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਗੌਰਵ ਜ਼ਰੂਰ ਦੇਖਣ ਨੂੰ ਮਿਲਦੀ ਹੈ, ਲਾਜ਼ਮੀ ਤੌਰ ਤੇ ਦਿਖਦੀਆਂ ਨੇ। ਪਰ ਵਾਕਈ ਕਿ ਸਾਈਕਲ ਵੰਡੇ ਜਾ ਰਹੇ ਨੇ, ਕਹਿੰਦੇ ਇਲੈਕਸ਼ਨ ਹੈ, ਇਲੈਕਸ਼ਨ ਤੋਂ ਪਹਿਲਾਂ ਪੋਸੀਬਿਲਿਟੀ ਕੁਝ ਵੀ ਹੈਗੀ ਹੈ। ਇੱਥੇ ਕਹਿੰਦੇ ਬੁਲਟ ਮੋਟਰਸਾਈਕਲ ਵੰਡ ਦਿੱਤੇ ਜਾਂਦੇ, ਇੱਥੇ ਵੱਡੀਆਂ ਵੱਡੀਆਂ ਚੀਜ਼ਾਂ ਵੰਡ ਦਿੱਤੀਆਂ ਜਾਂਦੀਆਂ ਨੇ। ਤਾਂ ਇਹ ਵੀ ਪੋਸੀਬਿਲਿਟੀ ਤਾਂ ਹੁੰਦੀ ਹੈ, ਪਰ ਇਲਜ਼ਾਮ ਨੇ ਵਾਰ-ਵਾਰ ਅਸੀਂ ਕਹਿ ਰਹੇ ਹਾਂ ਔਰ ਚੋਣ ਕਮਿਸ਼ਨ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਕਵਰੇਜ ਦੇ ਜ਼ਰੀਏ ਕਿ ਜਿਹੜੇ ਪੰਜਾਬ ਦੇ ਸਿਆਸਤਦਾਨ ਨੇ ਉਹਨਾਂ ਦੇ ਕੋਲ ਕੀ ਐਕਸ਼ਨ ਪਲਾਨ ਹੈ, ਖਾਸ ਤੌਰ ਤੇ 1 ਮਹੀਨੇ ਦਾ ਵੋਟਰਾਂ ਤੱਕ ਪਹੁੰਚ ਕਰਨ ਦਾ। ਉਹਨਾਂ ਦੀ ਸਿਆਸੀ ਪਾਰਟੀ ਕਿਵੇਂ ਪਹੁੰਚ ਕਰ ਰਹੀ ਹੈ, ਕਿਸ ਤਰੀਕੇ ਦੇ ਨਾਲ ਉਹ ਅੱਗੇ ਹੁਣ ਕੈਂਪੇਨ ਦੇ ਲਈ ਸਟ੍ਰੈਟਜੀ ਬਣਾ ਰਹੇ ਨੇ, ਕਿਉਂਕਿ ਇਸ ਵਾਰ ਚੋਣ ਕਮਿਸ਼ਨ ਦੇ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਨੇ। ਅਕਾਲੀ ਦਲ ਦੇ ਸੀਨੀਅਰ ਆਗੂ ਰਾਜ ਸਭਾ ਮੈਂਬਰ ਬਲਵਿੰਦਰ ਭੁੰਦੜ ਦੇ ਨਾਲ ਗੱਲਬਾਤ ਕੀਤੀ ਹੈ ਸਾਡੇ ਸਹਿਯੋਗੀ ਨਪਿੰਦਰ ਬਰਾੜ ਨੇ। ਤਾਂ ਚੋਣ ਬਿਗੁਲ ਵੱਜ ਚੁੱਕਿਆ ਹੈ ਤੇ ਪੂਰਾ ਰਹਿ ਗਿਆ 1 ਮਹੀਨਾ। 1 ਮਹੀਨੇ ਦੇ ਵਿੱਚ ਕਹਿ ਸਕਦੇ ਕਿ ਅਗਨੀ ਪ੍ਰੀਖਿਆ ਜਿਹੜੀ ਹੈ ਲੀਡਰਾਂ ਦੀ ਹੋਣੀ ਹੈ, ਪੋਲੀਟੀਕਲ ਪਾਰਟੀਆਂ ਦੀ ਹੋਣੀ ਹੈ। ਆਪਣੇ ਆਪਣੇ ਪਾਸਿਓਂ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਸ਼ੁਰੂ ਹੋ ਗਈਆਂ ਨੇ, ਪਰ ਇਸ ਵਾਰ ਜ਼ੋਰਾਂ ਸ਼ੋਰਾਂ ਤੇ ਕੁਝ ਲਗਾਮ ਲੱਗੀ ਹੋਈ ਹੈ ਇਲੈਕਸ਼ਨ ਕਮਿਸ਼ਨ ਦੀ। ਸਾਡੇ ਨਾਲ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਕੋਰ ਕਮੇਟੀ ਮੈਂਬਰ ਬਲਵਿੰਦਰ ਸਿੰਘ ਭੁੰਦੜ ਮੌਜੂਦ ਨੇ। ਭੁੰਦੜ ਸਾਹਿਬ, ਮਹੀਨਾ ਰਹਿ ਗਿਆ ਪੂਰਾ ਹੀ, ਕਿਵੇਂ ਦੇਖਦੇ ਹੋ ਕੀ ਮਾਹੌਲ ਇਸ ਵਾਰੀ ਤੁਹਾਨੂੰ ਲੱਗ ਰਿਹਾ? ਕਿਉਂਕਿ ਸ਼ਾਇਦ ਪਿਛਲੀ ਵਾਰ ਨਾਲੋਂ ਇਸ ਵਾਰ ਬੜਾ ਕੁਝ ਅਲੱਗ ਹੈ, ਸਖਤੀ ਬੜੀ ਹੈ, ਅੱਗੇ ਵਾਂਗੂ ਚੋਣ ਪ੍ਰਚਾਰ ਵੀ ਨਹੀਂ ਹੋ ਸਕਦਾ। ਦੇਖੋ ਜਿਹੜੀਆਂ ਚੋਣਾਂ ਨੇ ਹਮੇਸ਼ਾ ਹੀ ਜੇ ਡੈਮੋਕ੍ਰੇਸੀ ਨੂੰ ਕਾਇਮ ਰੱਖਣਾ ਹੈ, ਹਿੰਦੁਸਤਾਨ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ, ਤਾਂ ਫ੍ਰੀ ਐਂਡ ਫੇਅਰ ਹੀ ਹੋਣੀਆਂ ਚਾਹੀਦੀਆਂ ਨੇ। ਜਿੱਥੇ ਤੱਕ ਜੋ ਵੀ ਹੈ, ਕੋਈ ਨਸ਼ਾ ਹੈ, ਪੈਸਾ ਹੈ, ਧੱਕਾ ਹੈ, ਇਹ ਕਿਤੇ ਵੀ ਕਿਸੇ ਬਰਦਾਸ਼ਤ ਨਹੀਂ ਹੋਣਾ ਚਾਹੀਦਾ। ਇਸ ਕਰਕੇ ਸਖਤੀ ਹੋਣੀ ਚਾਹੀਦੀ, ਪਰ ਹੋਣੀ ਚਾਹੀਦੀ ਗਲਤ ਅਨਸਰਾਂ 'ਤੇ। ਪਰ ਜੋ ਸਖਤੀ ਇਹ ਹੋ ਰਹੀ ਹੈ ਕਿ ਕਰੋਨਾ ਕਰਕੇ ਕੋਈ ਮੀਟਿੰਗ ਹੀ ਨਹੀਂ ਹੋ ਸਕਦੀ, ਇਸ ਦੇ ਸ਼੍ਰੋਮਣੀ ਅਕਾਲੀ ਦਲ ਪੱਖ 'ਚ ਨਹੀਂ, ਕਿਉਂਕਿ ਜਦ ਤੱਕ ਕਰੋਨਾ ਦੀ ਬਿਮਾਰੀ ਹੈ ਦੁਨੀਆ 'ਤੇ ਹੈ, ਇਹ ਕਿਸੇ ਦੇ ਬਸ ਨਹੀਂ। ਇਹਨੇ ਤਾਂ ਚੱਲਦੀ ਰਹਿਣੀ ਹੈ, 2 ਸਾਲ ਤੋਂ ਚੱਲੀ ਜਾਂਦੀ ਹੈ, ਅਜੇ ਵੀ ਅੱਗੇ ਚੱਲਣੀ ਹੈ। ਇਹਦੇ ਵਾਸਤੇ ਦਵਾਈਆਂ ਦੀ, ਇੰਜੈਕਸ਼ਨਾਂ ਦੀ ਗੌਰਮੈਂਟ ਪੂਰਾ ਜ਼ੋਰ ਦੇਵੇ ਔਰ ਕੱਲੇ ਤੱਕ ਪਹੁੰਚਾਵੇ। ਜਿੱਦ ਤੱਕ ਚੋਣ ਸਿਸਟਮ ਹੈ, ਕਿੰਨਾ ਵੀ ਟੈਕਨੀਕਲ ਯੁੱਗ ਆ ਗਿਆ ਹਿੰਦੁਸਤਾਨ ਦੇ ਵਿੱਚ, ਅਜੇ ਲੋਕ 50% ਹੈ ਜਿਹੜੇ ਗਰੀਬਾਂ ਕੋਲੇ ਟੈਕਨੀਕਲ ਸਿਸਟਮ ਹੀ ਹੈ ਨਹੀਂ, ਟੈਲੀਫੋਨ ਨਹੀਂ, TV ਨਹੀਂ, ਗਰੀਬੀ ਹੈ, ਆਪਣੇ ਕੰਮਾਂ 'ਚ ਲੱਗੇ ਨੇ। ਤਾਂ ਜਿੰਨਾ ਚਿਰ ਉਹਨਾਂ ਕੋਲੇ ਲੋਕ ਨਹੀਂ ਘਰਾਂ ਜਾ ਕੇ ਜਾਂ ਵਿਹੜਿਆਂ 'ਚ ਮੀਟਿੰਗਾਂ ਕਰਕੇ, ਛੋਟੀਆਂ ਨੁੱਕੜ ਮੀਟਿੰਗਾਂ ਹੋਣ, ਇਸ ਤਰ੍ਹਾਂ ਹੋਣ ਜਿਹਦੇ 'ਚ ਖਿਆਲ ਰੱਖਿਆ ਜਾਵੇ ਕਿ 40-50 ਤੋਂ ਬੰਦੇ ਵੱਧ ਇਕੱਠੇ ਨਾ ਹੋਣ, ਫਾਸਲਾ ਰੱਖ ਕੇ ਬੈਠਣ, ਪਿੰਡਾਂ ਦਾ ਵਾਤਾਵਰਨ ਵੀ ਖੁੱਲ੍ਹਾ ਹੁੰਦਾ। ਇਸ ਕਰਕੇ ਇੰਨਾ ਕੁ ਤੱਕ ਕਮਿਸ਼ਨ ਨੂੰ 15 ਤਰੀਕ ਨੂੰ ਰਿਵਿਊ ਕਰਕੇ ਅਲਾਓ ਕਰਨਾ ਚਾਹੀਦਾ। ਠੀਕ ਹੈ, ਵੱਡੀਆਂ ਰੈਲੀਆਂ ਨਾ ਹੋਣ ਦੇਣ, ਲੇਕਿਨ ਬਿਲਕੁਲ ਹੀ ਬੰਦ ਕਰਨਾ ਇਹਦੇ ਮੈਂ ਹੱਕ 'ਚ ਨਹੀਂ। ਪਰ ਕਿਵੇਂ ਦੇਖਦੇ ਭੁੱਲਰ ਸਾਹਿਬ, ਜੇ ਮੰਨ ਲਓ ਇਲੈਕਸ਼ਨ ਕਮਿਸ਼ਨ ਨੇ ਸਖਤੀ ਕੰਟੀਨਿਊ ਕਰਦਾ, ਕਿਉਂਕਿ ਕੇਸ ਤਾਂ ਵੱਧ ਰਹੇ ਨੇ,
ਤਾਂ ਅਜਿਹੇ ਹਾਲਾਤਾਂ ਦੇ ਵਿੱਚ ਅਕਾਲੀ ਦਲ ਦੀ ਕੀ ਰਣਨੀਤੀ ਰਹਿ ਸਕਦੀ ਹੈ? ਕਿਸ ਤਰ੍ਹਾਂ ਤੁਸੀਂ ਪ੍ਰਚਾਰ ਦੀ ਕੋਈ ਕਿਉਂਕਿ ਹਾਈਟੈਕ ਪਹਿਲਾਂ ਕਹਿ ਸਕਦੇ ਕਿ ਅਕਾਲੀ ਦਲ ਹੁਣ ਤਾਂ ਹੈਗਾ ਹੀ ਆ, ਕੋਈ ਬੇਸ਼ੱਕ ਪਾਰਟੀ ਪੁਰਾਣੀ ਹੈ ਪਰ ਹੁਣ ਹਾਈਟੈਕ ਹੋ ਚੁੱਕਿਆ ਅਕਾਲੀ ਦਲ ਵੀ, ਤਾਂ ਐਸੇ ਦੇ ਵਿੱਚ ਕੀ ਤੁਹਾਡੀ ਕੋਰ ਕਮੇਟੀ ਮੀਟਿੰਗ ਦੇ ਵਿੱਚ ਵੀ ਰਣਨੀਤੀ ਬਣਾਈ ਗਈ ਕਿ ਜੇ ਇਲੈਕਸ਼ਨ ਕਮਿਸ਼ਨ ਦੀ ਸਖਤੀ ਜਾਰੀ ਰਹਿੰਦੀ ਆ ਤਾਂ ਕਿਵੇਂ ਵੋਟਰਾਂ ਤੱਕ ਪਹੁੰਚ ਕਰਨੀ ਹੈ? ਫਿਰ ਉਹੀ ਜੋ ਕਾਨੂੰਨ ਦਾ ਸਿਸਟਮ ਹੈ ਜਿਹਦੇ ਮੁਤਾਬਕ ਅਲਾਓ ਕਰੇਗਾ ਕਮਿਸ਼ਨ, ਉਸ ਤਰ੍ਹਾਂ ਹੀ ਅਸੀਂ ਕਰਾਂਗੇ। ਜੋ ਨਵਾਂ ਸਿਸਟਮ ਆ ਗਿਆ ਟੈਕਨੀਕਲ ਉਹ ਵੀ ਵਰਤਾਂਗੇ। ਦੂਸਰਾ ਡੋਰ ਟੂ ਡੋਰ ਮੈਨ ਟੂ ਮੈਨ ਵੀ ਟਰਾਈ ਕਰਾਂਗੇ ਤਾਂ ਕਿ ਹਰ ਤਰੀਕੇ ਦੇ ਜੋ ਹੈ ਉਹ ਤਰੀਕਾ ਅਪਣਾਵਾਂਗੇ। 4-4 ਬੰਦੇ ਦੀਆਂ ਕਮੇਟੀਆਂ ਬਣਾਵਾਂਗੇ, ਘਰ ਘਰ ਜਾਣਗੇ। ਔਰ ਦੂਸਰਾ ਜੋ ਸੋਸ਼ਲ ਮੀਡੀਆ ਹੈ ਜਿਹਦੇ ਤੇ ਅੱਜ ਕੱਲ੍ਹ ਸਾਰਾ ਸਿਸਟਮ ਡਿਪੈਂਡ ਕਰਨ ਲੱਗ ਗਿਆ, ਸੋਸ਼ਲ ਮੀਡੀਆ ਤੇ ਜੋ IT ਵਿੰਗਨ ਸਾਡੇ ਸਾਰੇ ਉਹ ਤਕੜੇ ਹੋ ਕੇ ਅਸੀਂ ਕੰਮ ਕਰਾਂਗੇ। ਉਧਰ ਤਾਂ ਇਹ ਤਾਂ ਚਲੋ ਰਹਿ ਗਈ ਚੋਣ ਪ੍ਰਚਾਰ ਦੀ ਰਣਨੀਤੀ ਦੀ ਗੱਲ, ਤਾਂ ਅਕਾਲੀ ਦਲ ਕੀ ਸਮਝਦਾ ਹੈ ਕਿ ਆਖਿਰ ਇਸ ਵਾਰ ਮੁਕਾਬਲਾ ਕਿਉਂਕਿ 4 ਕੋਣਾ 5 ਕੋਣਾ ਹੋਇਆ ਪਿਆ, ਤਾਂ ਇਸ ਮਾਹੌਲ ਦੇ ਵਿੱਚ ਲੋਕ ਅਕਾਲੀ ਦਲ ਨੂੰ ਕਿਉਂ ਚੁਣਨ? ਉਸ ਪਾਰਟੀ ਨੂੰ ਜਿਹਨੂੰ 2017 ਦੇ ਵਿੱਚ ਲੋਕਾਂ ਨੇ ਕਿਤੇ ਨਾ ਕਿਤੇ ਪਿੱਛੇ ਕਰਕੇ ਰੱਖ ਦਿੱਤਾ। ਇਸ ਵਾਰ ਤੁਹਾਨੂੰ ਕੀ ਲੱਗਦਾ ਹੈ ਕਿ ਅਕਾਲੀ ਦਲ ਨੂੰ ਲੋਕ ਕਿਉਂ ਚੁਣਨ? ਲੋਕਾਂ ਨੂੰ ਇਹ ਸਾਰੀ ਚੀਜ਼ ਦੀ ਸਮਝ ਆ ਚੁੱਕੀ ਹੈ ਕਿ ਅਕਾਲੀ ਦਲ ਨੇ ਜੋ ਕੀਤਾ ਹੈ, ਕੋਈ ਵੀ ਸੋਸ਼ਲ ਵੈਲਫੇਅਰ ਦੀ ਸਕੀਮ ਗਰੀਬਾਂ ਦੀ ਹੈ, ਕੋਈ ਵੀ ਕਿਸਾਨਾਂ ਦੀ ਹੈ, ਕੋਈ ਵੀ ਮੁਲਾਜ਼ਮਾਂ ਨੂੰ ਕਮਿਸ਼ਨ ਦੇਣੇ ਹੈ, ਹਰ ਚੀਜ਼ ਦੀ ਜਿਹੜੀ ਹੈ ਉਹ ਫੈਸਲਾ ਅਕਾਲੀ ਦਲ ਵੇਲੇ ਹੋਇਆ। ਕਿਸੇ ਫੈਸਲੇ ਨੂੰ ਕਾਂਗਰਸ ਪਾਰਟੀ ਨਹੀਂ ਕਹਿ ਸਕਦੀ, ਕੋਈ ਹੋਰ ਪਾਰਟੀ ਨਹੀਂ ਕਹਿ ਸਕਦੀ। ਐਡੇ ਵੱਡੇ ਵੱਡੇ ਪ੍ਰੋਗਰਾਮ ਆਟੇ ਦਾਲ ਵਗੈਰਾ ਦੇ ਹਿੰਦੁਸਤਾਨ 'ਚ ਅਸੀਂ ਸ਼ੁਰੂ ਕਰਨ ਵਾਲੇ ਹਾਂ, ਸ਼ਗਨ ਅਸੀਂ ਸ਼ੁਰੂ ਕਰਨ ਵਾਲੇ ਹਾਂ, ਪੈਨਸ਼ਨ ਅਸੀਂ ਸ਼ੁਰੂ ਕਰਨ ਵਾਲੇ ਹਾਂ, ਕਿਸਾਨ ਦਾ ਬਿਜਲੀ ਬਿੱਲ, ਕਿਸਾਨ ਦਾ ਨਹਿਰ ਦਾ ਮਾਮਲਾ ਅਸੀਂ ਕਰਨ ਵਾਲੇ ਹਾਂ। ਸੋ ਇਤਨੇ ਮੈਂ ਤੁਹਾਨੂੰ ਗਿਣਾ ਨਹੀਂ ਸਕਦਾ, ਟਾਈਮ ਤੁਹਾਡੇ ਕੋਲ ਥੋੜ੍ਹਾ ਹੈ। ਬਹੁਤ ਕੁਛ ਹੈ ਜੋ ਅਕਾਲੀ ਦਲ ਦੀ ਦੇਣ ਹੈ। ਇਸ ਕਰਕੇ ਅਕਾਲੀ ਦਲ ਨੂੰ ਲੋਕ ਤਾਂ ਚੁਣਨਗੇ। ਝੂਠਾ ਪ੍ਰਚਾਰ ਨੰਗਾ ਹੋ ਗਿਆ। ਅੱਜ ਤਾਂ ਬੇਅਦਬੀਆਂ ਤੋਂ 1000 ਗੁਣਾ ਵੱਧ ਹੋ ਗਈਆਂ। ਅੱਜ ਚਿੱਟਾ ਉਸ ਤੋਂ ਕਿੰਨੇ ਗੁਣਾ ਵੱਧ ਵਿਕਣ ਲੱਗ ਗਿਆ। ਅੱਜ ਮਹਿੰਗਾਈ ਕਿੰਨੀ ਹੋ ਗਈ ਹੈ। ਤਾਂ ਬਲਵਿੰਦਰ ਸਿੰਘ ਭੁੰਦੜ ਸੀਨੀਅਰ ਅਕਾਲੀ ਆਗੂ ਨੇ ਕਹਿੰਦੇ ਨੇ ਕਿ ਜਿਸ ਤਰ੍ਹਾਂ ਦਾ ਮਾਹੌਲ ਇਸ ਵੇਲੇ ਪੰਜਾਬ ਦੇ ਵਿੱਚ ਬਣਿਆ ਹੋਇਆ, ਜਿੰਨੇ ਜ਼ਿਆਦਾ ਧੜੇ ਬਣੇ ਨੇ, ਜਿੰਨੀ ਜ਼ਿਆਦਾ ਧੜੇਬੰਦੀ, ਯਾਨੀ ਇਸ ਵਾਰੀ ਮੁਕਾਬਲਾ ਕਿਉਂਕਿ 5 ਕੋਣਾ ਹੋ ਗਿਆ, ਤਾਂ ਅਕਾਲੀ ਦਲ ਕਹਿੰਦੇ ਨੇ ਕਿ ਆਪਣੀ ਜਗ੍ਹਾ ਤੇ ਸਟੈਂਡ ਕਰਦਾ। ਅਕਾਲੀ ਦਲ ਦਾ ਵੋਟਰ ਪੱਕਾ ਕਿਧਰੇ ਨਹੀਂ ਚੱਲਿਆ ਤੇ ਜਿਹੜੀਆਂ ਬਾਕੀ ਵੋਟਾਂ ਨੇ ਉਹ ਦੂਜੇ ਚਾਰਾਂ 'ਚ ਵੰਡੀਆਂ ਜਾਣਗੀਆਂ, ਜਿਸ ਦਾ ਸਿੱਧਾ ਸਿੱਧਾ ਲਾਹਾ ਅਕਾਲੀ ਦਲ ਨੂੰ ਮਿਲੇਗਾ। ਔਰ ਕਹਿੰਦੇ ਨੇ ਕਿ ਪੰਜਾਬ ਦੀ ਡਿਵੈਲਪਮੈਂਟ ਦੇ ਲਈ ਅਕਾਲੀ ਦਲ ਸਭ ਤੋਂ ਮੂਹਰੇ ਹੋ ਕੇ ਕੰਮ ਕਰਦਾ ਰਿਹਾ, ਦਾਅਵਾ ਕਰਦੇ ਨੇ। ਦੇਖਦੇ ਹਾਂ ਲੋਕ ਇਸ ਦਾਅਵੇ ਨੂੰ ਕਿਸ ਹੱਦ ਤੱਕ ਮੰਨਦੇ ਨੇ, ਭਰੋਸਾ ਜਤਾਉਂਦੇ ਨੇ ਤੇ ਕਿਸ ਨੂੰ ਇਸ ਵਾਰ ਸੱਤਾ ਦਾ ਮੌਕਾ ਮਿਲੇਗਾ। ਤਾਂ ਹਰ ਕੋਈ ਲੀਡਰ ਦਾਅਵੇ ਕਰਦਾ ਹੈ, ਦਾਅਵੇ ਵੱਡੇ ਵੱਡੇ ਕੀਤੇ ਜਾਂਦੇ ਨੇ, ਆਪਣੀ ਪਾਰਟੀ ਨੂੰ ਮੈਂਡੇਟ ਦੇ ਕੀਤੇ ਜਾਂਦੇ ਨੇ ਔਰ ਆਪਣੀ ਪਾਰਟੀ ਦੀ ਚੰਗੀ ਪਰਫਾਰਮੈਂਸ ਦੇ ਕੀਤੇ ਜਾਂਦੇ ਨੇ। ਪਰ ਅਲਟੀਮੇਟਲੀ ਇਹ ਵੋਟਰਾਂ ਨੇ ਡਿਸਾਈਡ ਕਰਨਾ ਹੈ ਕਿ ਕਿਹੜੀ ਪਾਰਟੀ ਨੂੰ ਸੱਤਾ ਦੇ ਵਿੱਚ ਲੈ ਕੇ ਆਉਣਾ ਹੈ। ਅਸੀਂ ਹਰ ਇੱਕ ਪਾਰਟੀ ਦੇ ਆਗੂ ਦਾ ਵਿਊ ਪੁਆਇੰਟ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਨਿਊਜ਼ 18 ਪੰਜਾਬ ਤੇ ਇਸ ਮਹਾ ਕਵਰੇਜ ਦੇ ਜ਼ਰੀਏ ਲਗਾਤਾਰ ਇਹ ਕਵਰੇਜ ਸਾਡੀ ਜਾਰੀ ਰਹੇਗੀ ਕਿਉਂਕਿ ਅੱਜ 14 ਤਰੀਕ ਹੈ ਔਰ 14 ਤਰੀਕ ਨੂੰ ਹੀ ਅੱਗੇ ਵੋਟਾਂ ਪੈਣੀਆਂ ਨੇ। ਗੌਰਵ 14 ਬਹੁਤ ਇੰਪੋਰਟੈਂਟ, ਬਹੁਤ ਅਹਿਮ ਤਾਰੀਖ ਹੈ। ਪਰ ਇਸ ਸਭ ਦੇ ਵਿਚਾਲੇ ਇੱਕ ਵੱਡੀ ਖਬਰ ਹੈ। ਵੱਡੀ ਖਬਰ ਅਕਾਲੀ ਦਲ ਦੇ ਨਾਲ ਹੀ ਜੁੜੀ ਹੋਈ ਹੈ। ਅਕਾਲੀ ਦਲ ਮੰਗ ਕਰ ਰਿਹਾ ਹੈ ਕਿ ਰੈਲੀਆਂ ਤੇ ਲਗਾਈ ਗਈ ਰੋਕ ਹਟਾ ਦਿਓ। 14 ਤਰੀਕ ਅਹਿਮ ਹੈ ਜਿਸ ਦਾ ਜ਼ਿਕਰ ਵਿਜੇ ਕਰ ਰਹੇ ਨੇ, ਪਰ 15 ਤਰੀਕ ਵੀ ਬਹੁਤ ਅਹਿਮ ਹੈ ਕਿਉਂਕਿ 15 ਤਰੀਕ ਤੱਕ ਇਲੈਕਸ਼ਨ ਕਮਿਸ਼ਨ ਨੇ ਕਿਹਾ ਹੈ ਕਿ ਤੁਸੀਂ ਰੈਲੀਆਂ ਨਹੀਂ ਕਰ ਸਕਦੇ, ਇਕੱਠ ਨਹੀਂ ਕਰ ਸਕਦੇ, ਕਰ ਸਕਦੇ ਹੋ ਤਾਂ ਸਿਰਫ 5 ਬੰਦਿਆਂ ਦੇ ਨਾਲ ਡੋਰ ਟੂ ਡੋਰ ਪ੍ਰਚਾਰ। ਪਰ ਅਕਾਲੀ ਦਲ ਮੰਗ ਕਰ ਰਿਹਾ ਚੋਣ ਕਮਿਸ਼ਨ ਨੂੰ ਚਿੱਠੀ ਦੇ ਜ਼ਰੀਏ ਕਿ ਜੋ ਰੈਲੀਆਂ ਦੇ ਉੱਤੇ ਰੋਕ ਲਗਾਈ ਗਈ ਹੈ ਉਸ ਨੂੰ ਹਟਾ ਦਿੱਤਾ ਜਾਵੇ, ਸਾਨੂੰ ਇਜਾਜ਼ਤ ਦਿੱਤੀ ਜਾਵੇ ਜਾ ਕੇ ਲੋਕਾਂ ਦੇ ਵਿਚਾਲੇ ਗੱਲਬਾਤ ਕਰਨ ਦੀ ਔਰ ਆਪਣੀ ਰੈਲੀਆਂ ਕਰਨ ਦੀ। ਅਕਾਲੀ ਦਲ ਦੇ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖ ਕੇ ਇਹ ਮੰਗ ਕੀਤੀ ਗਈ ਹੈ। ਲਾਜ਼ਮੀ ਤੌਰ ਤੇ ਪੋਲੀਟੀਕਲ ਪਾਰਟੀਆਂ ਦੇ ਲਈ ਇਹ ਸਭ ਤੋਂ ਵੱਡੀ ਚੁਣੌਤੀ ਹੈ ਕਿ ਬਿਨਾਂ ਵੋਟਰ ਤੱਕ ਪਹੁੰਚ ਕਰੇ, ਫੇਸ ਟੂ ਫੇਸ ਗੱਲ ਕੀਤੇ, ਕਿਵੇਂ ਵੋਟ ਦੇ ਲਈ ਉਹਨਾਂ ਦੀ ਵੋਟ ਆਪਣੇ ਵਾਲੇ ਪਾਸੇ ਉਹ ਲੈ ਕੇ ਉਹਨਾਂ ਨੂੰ ਕਿਵੇਂ ਰਾਜ਼ੀ ਕਰਨੇ। ਬਹੁਤ ਵੱਡਾ ਚੈਲੰਜ। ਬਿਲਕੁਲ ਗੌਰਵ, ਬਹੁਤ ਵੱਡੀ ਚੁਣੌਤੀ ਹੈ ਪੋਲੀਟੀਕਲ ਪਾਰਟੀਆਂ ਦੇ ਲਈ ਕਿ ਕਿਸ ਤਰੀਕੇ ਨਾਲ ਹੁਣ ਵੋਟਰਾਂ ਤੱਕ ਪਹੁੰਚ ਕੀਤੀ ਜਾਵੇ। ਬਹੁਤ ਸਾਰੇ ਕੈਂਡੀਡੇਟ ਤੇ ਐਸੇ ਨੇ ਜਿਨ੍ਹਾਂ ਦਾ ਵੋਟਰਾਂ ਨਾਲ ਕਦੇ ਉਸ ਪੱਧਰ ਦਾ ਰਾਬਤਾ ਹੀ ਨਹੀਂ ਰਿਹਾ। ਉਹਨਾਂ ਨੇ ਨਵੇਂ ਤੌਰ ਤੇ ਜਾਣਾ ਹੈ, ਵੋਟਰਾਂ ਨੂੰ ਮਿਲਣਾ ਹੈ, ਉਹਨਾਂ ਦੇ ਨਾਲ ਰਾਬਤਾ ਕਰਨਾ ਹੈ। ਪਰ ਇਲੈਕਸ਼ਨ ਕਮਿਸ਼ਨ ਦੀਆਂ ਜਿਸ ਤਰੀਕੇ ਦੀਆਂ ਪਾਬੰਦੀਆਂ ਨੇ ਉਸ ਨੂੰ ਦੇਖ ਕੇ ਨਹੀਂ ਲੱਗਦਾ ਦੇਸ਼ ਦੇ ਵਿੱਚ ਜਿੰਨੇ ਕੇਸਿਸ ਆ ਰਹੇ ਨੇ ਨਵੇਂ, ਜਾਂ ਪੰਜਾਬ ਸੂਬੇ ਦਾ ਜੇ ਜ਼ਿਕਰ ਕਰੀਏ ਪੰਜਾਬ ਦੇ ਵਿੱਚ ਜਿੰਨੇ ਕੇਸਿਸ ਆ ਰਹੇ ਨੇ ਉਸ ਨੂੰ ਦੇਖ ਕੇ ਨਹੀਂ ਲੱਗਦਾ ਕਿ ਬਹੁਤ ਛੇਤੀ ਕੋਈ ਇਹਨਾਂ ਨੂੰ ਰਾਹਤ ਮਿਲੇਗੀ। ਜਾਂ ਅਕਾਲੀ ਦਲ ਦੀ ਜੋ ਮੰਗ ਹੈ, ਚਿੱਠੀ ਜ਼ਰੂਰ ਲਿਖੀ ਹੈ ਕਿ ਰੈਲੀਆਂ ਦੀ ਇਜਾਜ਼ਤ ਦਿੱਤੀ ਜਾਵੇ, ਪਰ ਜਦੋਂ ਇੰਨੀ ਵੱਡੀ ਗਿਣਤੀ 'ਚ ਕੇਸ ਵੱਧ ਰਹੇ ਹੋਣ ਉਸ ਵੇਲੇ ਰੈਲੀਆਂ ਦੀ ਇਜਾਜ਼ਤ ਦੇਣਾ ਗੌਰਵ ਸ਼ਾਇਦ
ਇਲੈਕਸ਼ਨ ਕਮਿਸ਼ਨ ਦੇ ਬਹੁਤ ਲਈ ਮੁਸ਼ਕਿਲ ਨਜ਼ਰ ਆਇਆ। ਹੋਏਗਾ। ਐਟਲੀਸਟ ਇਹ ਤਾਂ ਲੱਗ ਰਿਹਾ ਕਿ 15 ਤਰੀਕ ਨੂੰ ਜੋ ਦੁਬਾਰਾ ਗਾਈਡਲਾਈਨਸ ਆਉਣਗੀਆਂ ਉਸ ਦੇ ਵਿੱਚ ਤਾਂ ਇਜਾਜ਼ਤ ਨਹੀਂ ਹੋਏਗੀ, ਤਕਰੀਬਨ ਸਾਫ਼ ਹੈ। ਹਾਂ, ਹੋ ਸਕਦਾ 10 ਦਿਨ ਦੇ ਲਈ ਕਹਿ ਦੇਣ ਕਿ ਅਸੀਂ ਹੁਣ 25 ਤਰੀਕ ਨੂੰ ਰਿਵਿਊ ਕਰਾਂਗੇ, 25 ਜਨਵਰੀ ਨੂੰ, ਉਸ ਤੋਂ ਬਾਅਦ ਗੱਲ ਕਰਾਂਗੇ, ਜਾਂ 31 ਜਨਵਰੀ ਨੂੰ ਰਿਵਿਊ ਕਰਾਂਗੇ, ਉਸ ਤੋਂ ਬਾਅਦ ਗੱਲ ਕਰਾਂਗੇ ਜਾਂ ਪਰਮਿਸ਼ਨ ਦੇਣੀ ਹੈ ਕਿ ਨਹੀਂ ਦੇਣੀ। ਪਰ ਇੱਕ ਬਹੁਤ ਅਹਿਮ ਗੱਲ ਇਹ ਵੀ ਹੈ ਕਿਉਂਕਿ ਐਡਮਿਨਿਸਟ੍ਰੇਸ਼ਨ ਲੈਵਲ ਦੇ ਉੱਤੇ ਜੇਕਰ ਤੁਸੀਂ ਘਰ ਦੇ ਵਿੱਚ ਕੋਈ ਵਿਆਹ ਸਮਾਗਮ ਰੱਖਿਆ ਹੈ ਤਾਂ ਆਊਟਡੋਰ ਤੁਸੀਂ 50 ਲੋਕਾਂ ਦੇ ਨਾਲ ਕਰ ਸਕਦੇ ਹੋ, ਇਨਫੈਕਟ 100 ਲੋਕਾਂ ਨਾਲ ਕਰ ਸਕਦੇ ਹੋ, ਇਨਡੋਰ ਤੁਸੀਂ 50 ਲੋਕਾਂ ਨਾਲ ਕਰ ਸਕਦੇ ਹੋ। ਸ਼ਾਇਦ ਅਕਾਲੀ ਦਲ ਉਸ ਚੀਜ਼ ਦਾ ਵੀ ਹਵਾਲਾ ਦੇਵੇ ਕਿ ਘੱਟੋ ਘੱਟ 19 ਸਮਰੱਥਾ ਦੇ ਨਾਲ ਤਾਂ ਸਾਨੂੰ ਪ੍ਰਚਾਰ ਕਰਨ ਦੀ ਇਜਾਜ਼ਤ ਦੇ ਦਿਓ। ਜੇ 100 ਬੰਦੇ ਆਊਟਡੋਰ ਦੇ ਵਿੱਚ ਹੋਣਗੇ ਤਾਂ ਕਿਤੇ ਨਾ ਕਿਤੇ ਇੱਕ ਸੌਖਾ ਹੋ ਜਾਂਦਾ ਹੈ ਪ੍ਰਚਾਰ ਕਰਨਾ ਔਰ ਇੱਕ ਛੋਟਾ ਨੁੱਕੜ ਸਭਾ ਕਰਨੀ ਜਾਂ ਕੋਈ ਜਨ ਸਭਾ ਕਰਨੀ, ਔਰ ਇਹ ਥੋੜਾ ਆਸਾਨ ਬਿਲਕੁਲ ਠੀਕ ਹੈ। ਗੌਰਵ, ਡਾਕਟਰ ਦਲਜੀਤ ਚੀਮਾ ਜੁੜ ਗਏ ਨੇ। ਡਾਕਟਰ ਦਲਜੀਤ ਚੀਮਾ ਤੋਂ ਪ੍ਰਤੀਕਰਮ ਲੈ ਲੈਂਦੇ ਆ। ਚੀਮਾ ਸਾਹਿਬ, ਪਹਿਲਾਂ ਵੀ ਇਸ ਬਾਬਤ ਆਪਣੀ ਗੱਲ ਹੋਈ ਸੀ, ਅੱਜ ਤੁਹਾਡੇ ਵੱਲੋਂ ਚਿੱਠੀ ਲਿਖੀ ਗਈ ਹੈ। ਕੀ ਡਿਮਾਂਡ ਤੁਸੀਂ, ਜਿਵੇਂ ਗੌਰਵ ਕਹਿ ਰਿਹਾ, ਐਕਚੁਅਲ ਚ ਅਕਾਲੀ ਦਲ ਦੀ ਡਿਮਾਂਡ ਕੀ ਹੈ? ਕੀ ਤੁਸੀਂ ਕੋਈ ਵੱਡੀ ਰੈਲੀ ਦੀ ਇਜਾਜ਼ਤ ਚਾਹੁੰਦੇ ਹੋ ਜਾਂ ਫਿਰ ਜਿਵੇਂ ਪਿੰਡਾਂ 'ਚ ਜਾ ਕੇ ਜਾਂ ਡੋਰ ਟੂ ਡੋਰ ਜਿਹੜੀ ਕੈਂਪੇਨ ਕਰਨੀ ਹੁੰਦੀ ਹੈ ਇੱਕ ਸੱਥ ਦੇ ਵਿੱਚ ਜਾਂ ਕਿਸੇ ਨੁੱਕੜ ਤੇ ਬੈਠ ਕੇ 50 ਬੰਦੇ ਦੀ 100 ਬੰਦੇ ਦੀ ਉਸ ਦੀ ਪਰਮਿਸ਼ਨ ਮੰਗ ਰਹੇ ਹੋ? ਨਹੀਂ, ਅਸੀਂ ਸਮਝਦੇ ਹਾਂ ਕਿ ਵੱਡੀਆਂ ਰੈਲੀਆਂ ਦੀ ਜੇ ਇਜਾਜ਼ਤ ਨਹੀਂ ਦੇਣੀ ਤਾਂ ਕੋਈ ਗੱਲ ਨਹੀਂ, ਜੀ। ਕਿਉਂਕਿ ਕੋਵਿਡ ਕਰਕੇ ਜਿਹੜੀ ਆ ਕੋਵਿਡ ਸਪਰੈਡ ਨਾ ਹੋਵੇ, ਵੱਡੀਆਂ ਰੈਲੀਆਂ ਬੇਸ਼ੱਕ ਇਲੈਕਸ਼ਨ ਕਮਿਸ਼ਨ ਨਾ ਅਲਾਉ ਕਰੇ, ਲੇਕਿਨ ਇੱਕ ਸੀਮਾ ਜ਼ਰੂਰ ਨਿਰਧਾਰਿਤ ਕਰ ਦੇਣੀ ਚਾਹੀਦੀ ਆ। ਭਾਵੇਂ 100 ਦੀ ਕਰੋ, 200 ਦੀ ਕਰੋ, ਇੰਡੋਰ ਦੀ ਵੱਖਰੀ ਕਰ ਦਿਓ, ਆਊਟਡੋਰ ਦੀ ਵੱਖਰੀ ਕਰ ਦਿਓ, ਕੋਵਿਡ ਪ੍ਰੀਕਾਸ਼ਨ ਨਾਲ ਫਾਲੋ ਕੀਤੀਆਂ ਜਾ ਸਕਦੀਆਂ, ਕਿਉਂਕਿ ਅਲਟੀਮੇਟਲੀ ਸੁਸਾਇਟੀ ਦਾ ਇੱਕ ਬਹੁਤ ਵੱਡਾ ਹਿੱਸਾ ਜਿਹਨੂੰ ਤੁਸੀਂ ਡਿਜੀਟਲ ਮੋਡ ਦੇ ਰਾਹੀਂ ਅਪਰੋਚ ਨਹੀਂ ਕਰ ਸਕਦੇ ਜੀ। ਬਹੁਤ ਤਾਈਂ ਨੈਟਵਰਕ ਨਹੀਂ ਹੈ, ਬਹੁਤ ਜਗ੍ਹਾ ਗਰੀਬ ਜਨਤਾ ਬਹੁਤ ਹੈ, ਉਹਨਾਂ ਕੋਲੇ ਇਹ ਸਹੂਲਤਾਂ ਨਹੀਂ ਹੈ, ਔਰ ਜਿਹੜੀ ਵੱਡੀ ਉਮਰ ਦੇ ਲੋਕ ਹੈ ਉਹ ਵੀ ਇਸ ਟੈਕਨੋਲੋਜੀ ਦੇ ਨਾਲ ਜ਼ਿਆਦਾ ਵਾਸਤਾ ਨਹੀਂ ਹੈ। ਇਸ ਕਰਕੇ ਕਿਉਂਕਿ ਜਿਹੜੀ ਕੈਂਡੀਡੇਟ ਨੇ, ਪਾਰਟੀ ਨੇ ਸਾਰਿਆਂ ਵਰਗਾਂ ਕੋਲੇ ਪਹੁੰਚ ਕਰਨੀ ਹੁੰਦੀ ਹੈ, ਔਰ ਸਾਰੇ ਵਰਗਾਂ ਦਾ ਹੱਕ ਵੀ ਹੈ ਕਿ ਪਾਰਟੀਆਂ ਉਹਨਾਂ ਕੋਲ ਚੱਲ ਕੇ ਜਾਣ ਤੇ ਆਪਾਂ ਆਪਣਾ ਉਹਨਾਂ ਵਾਸਤੇ ਕੀ ਪ੍ਰੋਗਰਾਮ ਹੈ ਉਹਨਾਂ ਨਾਲ ਸਾਂਝਾ ਕਰਨ, ਉਹਨਾਂ ਨੇ ਫੈਸਲਾ ਲੈਣਾ। ਇਸ ਕਰਕੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ 100% ਡਿਜੀਟਲ ਮੋਡ ਜਿਹੜਾ ਉਹਦੇ ਨਾਲ ਜਿਹੜੀ ਆ ਪਰਸੈਂਟੇਜ ਆਫ ਪੋਲਿੰਗ ਵੀ ਜਿਹੜੀ ਇਫੈਕਟ ਹੋਏਗੀ, ਔਰ ਬਹੁਤ ਸਾਰੇ ਜਿਹੜੇ ਸੈਕਸ਼ਨ ਹੈ ਸੋਸਾਇਟੀ ਦਾ ਉਹਦੇ ਨਾਲ ਵੀ ਬੇਇਨਸਾਫੀ ਹੋਏਗੀ ਕਿ ਉਹਨਾਂ ਤੱਕ ਕੋਈ ਪਹੁੰਚ ਨਹੀਂ ਕਰ ਪਾ ਰਹੇ ਜੀ। ਇਸ ਕਰਕੇ ਬੈਟਰ ਹੈ ਕਿ ਛੋਟੀਆਂ ਰੈਲੀਆਂ ਅਲਾਉ ਕਰ ਦਿਓ ਤੇ ਨੁੱਕੜ ਮੀਟਿੰਗ ਜਿਹੜੀ ਹੈਗੀ ਆ ਉਹਦੀ ਗਿਣਤੀ ਤੈਅ ਕੀਤੀ ਜਾ ਸਕਦੀ ਹੈ, ਜਿਸ ਤਰ੍ਹਾਂ ਵੀ ਹੈਲਥ ਕੰਡੀਸ਼ਨਸ ਅਲਾਉ। ਚੀਮਾ ਸਾਹਿਬ, ਕਿਸੇ ਦਿਨ ਪਿਛਲੇ ਦਿਨੀ ਕੋਈ ਮੀਟਿੰਗ ਹੋਈ ਹੈ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀਆਂ ਦੇ ਨਾਲ? ਤੁਸੀਂ ਵਰਬਲੀ ਆਪਣੀ ਗੱਲ ਕਨਵੇ ਕੀਤੀ ਹੈ ਉਹਨਾਂ? ਨਹੀਂ, ਮੈਂ ਜਿਹੜੀ ਹੈ ਪੰਜਾਬ ਦੇ ਸਾਡੇ ਸੀਈਓ ਸਾਹਿਬ ਨਾਲ ਤਾਂ 2 ਵਾਰੀ ਫੋਨ ਤੇ ਇਹ ਗੱਲ ਕੀਤੀ ਹੈ ਜੀ। ਉਹਨਾਂ ਨੇ ਵੀ ਕਿਹਾ ਸੀ ਕਿ ਤੁਸੀਂ ਲਿਖ ਕੇ ਭੇਜੋ ਤਾਂ ਅਸੀਂ ਅੱਗੇ ਫਾਰਵਰਡ ਕਰਾਂਗੇ ਜੀ। ਇਸ ਕਰਕੇ ਅਸੀਂ ਅੱਜ ਲਿਖਤੀ ਤੌਰ ਦੇ ਉੱਤੇ ਵੀ ਰਿਕੁਐਸਟ ਦੇ ਦਿੱਤੀ ਹੈ, ਕਿਉਂਕਿ ਕਮਿਸ਼ਨ ਨੇ ਕਿਹਾ ਸੀ ਕਿ 15 ਤੱਕ ਅਸੀਂ ਰਿਵਿਊ ਕਰਾਂਗੇ, 15 ਨੂੰ ਫਿਰ ਦੇਖਾਂਗੇ ਕਿ ਕੀ ਅਸੀਂ ਅੱਗੋਂ ਫਰਦਰ ਅਲਾਉ ਕਰਨਾ। ਤੇ ਅਸੀਂ 15 ਤੱਕ ਤਾਂ ਸਾਰਿਆਂ ਨੇ ਫਾਲੋ ਕੀਤਾ ਜੋ ਉਹਨਾਂ ਦੀਆਂ ਹਦਾਇਤਾਂ ਸੀਗੀਆਂ ਉਹਦੇ ਮੁਤਾਬਕ, ਤੇ ਜੋ ਅਸੀਂ ਪ੍ਰੈਕਟੀਕਲੀ ਦਿੱਕਤਾਂ ਮਹਿਸੂਸ ਕਰ ਰਹੇ ਹਾਂ ਉਹ ਅਸੀਂ ਲਿਖ ਕੇ ਉਹਨਾਂ ਨੂੰ ਦਿੱਤੀਆਂ। ਮੇਰੇ ਖਿਆਲ ਹੈ ਕਿ ਉਹ ਸਾਡੀਆਂ ਦਿੱਕਤਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੀਆਂ ਉਹਨੂੰ ਸਮਝ ਕੇ ਤੇ ਡੈਫੀਨਿਟਲੀ ਕੋਈ ਨਾ ਕੋਈ ਐਕਸ਼ਨ ਜਿਹੜਾ ਉਹ ਲੈਣਗੇ। ਚੀਮਾ ਸਾਹਿਬ, ਪਰ ਇੱਕ ਸਵਾਲ ਹੈ ਕਿ ਬਾਕੀ ਪੋਲੀਟੀਕਲ ਪਾਰਟੀਆਂ ਦਾ ਸਾਥ ਇਸ ਤਰੀਕੇ ਨਾਲ ਤੁਹਾਨੂੰ ਕਿਉਂ ਨਹੀਂ ਮਿਲ ਰਿਹਾ? ਕਿਉਂਕਿ ਅਕਾਲੀ ਦਲ ਇਸ ਮੁੱਦੇ ਨੂੰ ਲੈ ਕੇ ਚੁੱਕ ਰਿਹਾ ਹੈ। ਇਨਫੈਕਟ 2 ਦਿਨ ਪਹਿਲਾਂ ਅਸੀਂ ਡਿਬੇਟ ਕੀਤੀ ਇਸ ਪੂਰੇ ਇਸ਼ੂ ਦੇ ਉੱਤੇ, ਤਾਂ ਕਾਂਗਰਸ, ਬੀਜੇਪੀ, ਆਮ ਆਦਮੀ ਪਾਰਟੀ ਬਹੁਤ ਕਹਿ ਰਹੀ ਸੀ ਕਿ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ, ਅਕਾਲੀ ਦਲ ਕਹਿ ਰਿਹਾ ਕਿ ਇਹ ਜਿਹੜੀ ਹੈ ਛੋਟ ਦਿੱਤੀ ਜਾਵੇ। ਤੁਹਾਨੂੰ ਬਾਕੀ ਪੋਲੀਟੀਕਲ ਪਾਰਟੀਆਂ ਦਾ ਸਾਥ ਨਹੀਂ ਮਿਲ ਰਿਹਾ ਤੇ ਤੁਹਾਨੂੰ ਲੱਗਦਾ ਕਿ ਉਹਨਾਂ ਦੀ ਅਪਰੋਚ ਹੋਏਗੀ ਲੋਕਾਂ ਤੱਕ, ਜਾਂ ਕਿਵੇਂ ਦੇਖਦੇ ਹੋ ਇਸ ਨੂੰ? ਫਾਰਮਲੀ ਤਾਂ ਕਿਸੇ ਪਾਰਟੀ ਨਾਲ ਇਸ ਸੰਬੰਧ ਦੇ ਵਿੱਚ ਗੱਲਬਾਤ ਵੀ ਨਹੀਂ ਕੀਤੀ ਜੀ। ਅਸੀਂ ਤੇ ਜੋ ਸਾਨੂੰ ਲੱਗਿਆ ਅਸੀਂ ਆਪਣਾ ਪੱਖ ਜਿਹੜਾ ਉਹ ਕਮਿਸ਼ਨ ਕੋਲੇ ਰੱਖਿਆ। ਬਾਕੀ ਜੇ ਕੋਈ ਪਾਰਟੀ ਸਮਝਦੀ ਹੈ ਕਿ ਨਹੀਂ ਲੋੜ, ਲੇਕਿਨ ਮੈਂ ਸਮਝਦਾ ਕਿ ਕਿਹੜੀ ਪਾਰਟੀ ਹੋਏਗੀ ਜਿਹੜੀ ਚਾਹੇਗੀ ਕਿ ਬਜ਼ੁਰਗਾਂ ਨਾਲ ਇੰਟਰੈਕਟ ਨਾ ਕੀਤਾ ਜਾਵੇ, ਔਰ ਬਜ਼ੁਰਗਾਂ ਦੇ ਨਾਲ, ਗਰੀਬ ਲੋਕਾਂ ਨਾਲ ਕੰਟੈਕਟ ਨਾ ਕੀਤਾ ਜਾਵੇ, ਜਾਂ ਉਹਨਾਂ ਕੋਲੇ ਕੀ ਆਪਸ਼ਨ ਹੈ ਕਿ ਜਿੱਥੇ ਪਿੰਡ ਦੇ ਵਿੱਚ ਟੈਲੀਫੋਨ ਨਹੀਂ ਚੱਲਦਾ ਜਾਂ ਨੈਟ ਨਹੀਂ ਚੱਲਦਾ ਤਾਂ ਉੱਥੇ ਕਿਸ ਤਰ੍ਹਾਂ ਸੰਪਰਕ ਕੀਤਾ ਜਾਏਗਾ। ਕੈਂਡੀਡੇਟ ਘੱਟੋ ਘੱਟ ਕੈਂਡੀਡੇਟ ਦੇ ਸੰਪਰਕ ਦੀ ਅਸੀਂ ਗੱਲ ਕਰਦੇ ਹਾਂ। ਹੇਠਾਂ ਤਾਂ ਪਾਰਟੀ ਦੇ ਵਰਕਰ ਸਾਡੇ ਵੀ ਡੋਰ ਟੂ ਡੋਰ ਸਾਰੇ ਆਪਣੇ ਪਿੰਡਾਂ 'ਚ ਕਰ ਲੈਣਗੇ, ਲੇਕਿਨ ਗੱਲ ਤਾਂ ਕੈਂਡੀਡੇਟਸ ਦੀ ਹੈ ਕਿ ਲੋਕਾਂ ਦੀ ਡਿਮਾਂਡ ਹੁੰਦੀ ਹੈ ਕਿ ਕਿੱਥੇ ਜਾ ਕੇ ਸਾਡੀ ਗੱਲ ਸੁਣੇ ਤੇ ਕੈਂਡੀਡੇਟ ਸਾਡੇ ਸਮੱਸਿਆਵਾਂ ਦਾ ਹੱਲ ਦੱਸੇ ਕਿ ਕੀ ਹੋਏਗਾ। ਇਸ ਕਰਕੇ ਗੱਲ ਕੈਂਡੀਡੇਟਸ ਤੇ ਪਹੁੰਚਣ ਦੀ ਹੁੰਦੀ ਹੈ। ਗੱਲ ਬਾਕੀ ਤਾਂ ਠੀਕ ਹੈ ਕਿ ਜਿਸ ਪਾਰਟੀ ਦੇ ਸਾਡੇ ਵੀ ਪਿੰਡ ਪੱਧਰ ਤੱਕ ਯੂਨਿਟ ਕਾਇਮ ਨੇ,
ਉਹ ਆਪੋ ਆਪਣੇ ਪਿੰਡ ਦੇ ਵਿੱਚੋਂ ਕਰ ਲੈਣਗੇ। ਚੀਮਾ ਸਾਹਿਬ, ਤੁਸੀਂ ਰੋਪੜ ਤੋਂ ਕੰਟੈਸਟ ਕਰ ਰਹੇ ਹੋ, ਤੁਸੀਂ ਰੋਪੜ ਤੋਂ ਉਮੀਦਵਾਰ ਹੋ। ਜੇ ਮੈਂ ਤੁਹਾਡਾ ਪਿਛਲੇ 3-4 ਦਿਨਾਂ ਦਾ ਤਜਰਬਾ ਪੁੱਛਾਂ ਤਾਂ ਤੁਹਾਨੂੰ ਕਿਸ ਤਰੀਕੇ ਦੀਆਂ ਦਿੱਕਤਾਂ ਆਈਆਂ ਨੇ ਜਿਹੜੀਆਂ ਤੁਸੀਂ ਜੇ ਸਾਂਝੀਆਂ ਕਰ ਸਕੋ ਤਾਂ ਕਿ ਦਰਸ਼ਕ ਵੀ ਸੁਣ ਸਕਣ ਔਰ ਉਹਨਾਂ ਨੂੰ ਪਤਾ ਲੱਗੇ ਕਿ ਹਾਂ ਵਾਕਿਆ ਹੀ ਇਹ ਦਿੱਕਤ ਹੈ? ਇਹ ਦਿੱਕਤ ਆ, ਕਿਉਂਕਿ ਮੈਂ ਕਿਸੇ ਪਿੰਡ ਵਿੱਚ ਜਾ ਨਹੀਂ ਸਕਦਾ। ਜੇ ਮੈਂ ਜਾਊਂਗਾ ਉੱਥੇ ਲੋਕ ਇਕੱਠੇ ਹੋਣਗੇ ਜੀ। ਇਸ ਤੋਂ ਵੱਡੀ ਦਿੱਕਤ ਹੋਰ ਕੀ ਹੈ ਕਿ ਜਿਹੜਾ ਕੋਈ ਜਾਏਗਾ ਉਹਦੇ ਨਾਲ ਦੀ ਨਾਲ ਸ਼ਿਕਾਇਤ ਹੋ ਜਾਂਦੀ ਹੈ ਕਿ ਉਹ ਜਿਹੜੀ ਹੈਗੀ ਆ ਉਹਨੂੰ ਨੋਟਿਸ ਆ ਜਾਂਦਾ ਕਿ ਤੁਸੀਂ ਉੱਥੇ ਗਏ, ਤੁਸੀਂ ਬੰਦੇ ਨੂੰ ਅਡਰੈਸ ਕੀਤਾ। ਕਿਉਂਕਿ ਜਦੋਂ ਤੁਸੀਂ ਕੰਡੀਸ਼ਨ ਨਹੀਂ ਹੈ ਕਿ ਤੁਸੀਂ ਅਡਰੈਸ ਨਹੀਂ ਕਰ ਸਕਦੇ, ਫਿਰ ਤੁਸੀਂ ਜਾਓ ਕਿ ਕਿੱਥੇ ਕੀ ਕਰੋਗੇ? ਜੇ ਤੁਸੀਂ ਕਿਸੇ ਦੇ ਘਰ ਵੀ ਜਾ ਕੇ ਬੈਠੋਗੇ ਤਾਂ ਬੰਦੇ ਬੁਲਾਓਗੇ ਤਾਂ ਬੰਦੇ ਤਾਂ ਇਕੱਠੇ ਹੋਣਗੇ ਜੀ। ਜੇ ਬੰਦੇ ਇਕੱਠੇ ਹੋਣਗੇ ਫਿਰ ਮੀਟਿੰਗ ਗਿਣੀ ਜਾਏਗੀ। ਯਾਨੀ 5 ਬੰਦਿਆਂ ਦਾ ਪ੍ਰੋਟੋਕੋਲ ਤਾਂ ਕਦੇ ਵੀ ਫੋਲੋ ਨਹੀਂ ਹੋ ਸਕਦਾ, ਕਿਉਂਕਿ 5 ਤਾਂ ਮੈਨੂੰ ਲੱਗਦਾ ਸਿਕਿਉਰਿਟੀ ਪਰਸਨਸ ਹੀ ਹੋਣਗੇ ਹਰ ਕੈਂਡੀਡੇਟ ਦੇ ਨਾਲ ਘੱਟੋ ਘੱਟ। ਨਹੀਂ, ਸਿਕਿਉਰਿਟੀ ਪਰਸਨ ਦੀ ਗਿਣਤੀ ਉਹਦੇ ਵਿੱਚ ਸ਼ਾਮਲ ਨਹੀਂ ਹੈ, ਪਰ ਗੱਲ ਇਹ ਹੈ ਕਿ 250 ਪਿੰਡ ਹੈ ਇੱਕ ਹਲਕੇ ਦਾ ਜੀ। ਫਿਰ ਤਾਂ ਤੁਸੀਂ ਸਾਲ ਬਾਅਦ ਪਹੁੰਚੋਗੇ ਜਾ ਕੇ ਆਪਣੇ ਪਿੰਡਾਂ 'ਚ, ਔਰ ਫਿਜ਼ੀਕਲੀ ਕਿੰਨਾ ਕੁ ਪੋਸੀਬਲ ਹੁੰਦਾ ਹੈ ਕਿ ਸਵੇਰ ਤੋਂ ਲੈ ਕੇ ਰਾਤ ਤੱਕ ਸਾਰਾ ਦਿਨ ਤੁਸੀਂ ਕਿੰਨਾ ਕੁ ਚੱਲ ਸਕਦੇ ਹੋ। ਹਰ ਇੱਕ ਦੀ ਆਪਣੀ ਵੱਖਰੀ ਕੈਪੈਸਿਟੀ ਹੈ, ਕੋਈ ਵੱਡੀ ਉਮਰ ਦਾ, ਕੋਈ ਛੋਟੀ ਉਮਰ ਦਾ ਜੀ। ਇਸ ਕਰਕੇ ਜਿਹੜੀ ਹੈ ਫਿਜ਼ੀਕਲੀ ਕੈਂਡੀਡੇਟ ਵਾਸਤੇ, ਕਿਉਂਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਤਾਂ ਇੱਕ ਪਿੰਡ ਦੇ ਵਿੱਚ ਇੱਕ ਸਭਾ ਕਰਕੇ ਵੀ ਪਹੁੰਚਣਾ ਬੜਾ ਔਖਾ ਹੋ ਜਾਂਦਾ। ਕੈਂਡੀਡੇਟ ਕੋਲ ਇੰਨਾ ਟਾਈਮ ਨਹੀਂ ਹੁੰਦਾ। ਜਿਸ ਦਿਨ ਨੋਮੀਨੇਸ਼ਨ ਹੋਣੀਆਂ ਉਸ ਤੋਂ ਬਾਅਦ 15 ਦਿਨ ਸਿਰਫ ਰਹਿ ਜਾਂਦੇ ਆ, ਤੇ ਇੱਕ ਦਿਨ ਚ 10-10, 15-15 ਪਿੰਡਾਂ ਚ ਸਭਾ ਕਰਕੇ ਵੀ ਤੁਹਾਡੇ ਕੋਲੇ ਪਹੁੰਚਣਾ ਮੁਸ਼ਕਲ ਹੋ ਜਾਂਦਾ। ਇੱਕ ਵਾਰੀ ਪਿੰਡ ਵਿੱਚੋਂ ਰਹਿ ਜਾਂਦੇ ਆ ਤੇ ਤੁਸੀਂ ਡੋਰ ਟੂ ਡੋਰ ਤੇ ਕਿੰਨਾ ਟਾਈਮ ਲਾ ਲੋਗੇ ਇੱਕ ਪਿੰਡ ਦੇ ਵਿੱਚ? ਬਿਲਕੁਲ ਸਾਰਾ ਦਿਨ ਇੱਕ ਸਾਰਾ, ਤੇ ਫਿਰ ਤੁਸੀਂ ਡੋਰ ਟੂ ਡੋਰ ਕਰੋਗੇ, ਬੰਦੇ ਤਾਂ ਫਿਰ ਇਕੱਠੇ ਹੋਣਗੇ। ਬਿਲਕੁਲ। ਚਲੋ ਇਹ ਪ੍ਰੈਕਟੀਕਲ ਗੱਲ ਹੈ ਜਿਹੜੀ ਤੁਸੀਂ ਕਹਿ ਰਹੇ ਹੋ। ਸ਼ੁਕਰੀਆ, ਧੰਨਵਾਦ ਚੀਮਾ ਸਾਹਿਬ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਔਰ ਇਲੈਕਸ਼ਨ ਕਮਿਸ਼ਨ ਇਸ ਦੇ ਉੱਤੇ ਕੀ ਡਿਸੀਜਨ ਲੈਂਦਾ ਹੈ, ਕਿਵੇਂ ਰਿਐਕਟ ਕਰਦਾ ਹੈ, ਉਸ ਦੇ ਉੱਤੇ ਨਜ਼ਰ ਰਹੇਗੀ। ਪਰ ਜੇਕਰ ਸੋਚਿਆ ਜਾਵੇ, ਜੋ ਵਿਜੇ ਆਪਾਂ ਪਹਿਲਾਂ ਵੀ ਇੱਕ ਦਿਨ ਜ਼ਿਕਰ ਕਰ ਰਹੇ ਸੀ ਕਿ ਜਦੋਂ ਕੋਈ ਲੀਡਰ ਨਿਕਲਦਾ ਹੈ, ਕੈਂਡੀਡੇਟ ਹੀ ਨਿਕਲਿਆ ਹੋਵੇ ਤਾਂ 5 ਲੋਕ ਤਾਂ ਵੈਸੇ ਹੀ ਇਕੱਠੇ ਹੋ ਜਾਂਦੇ ਨੇ, ਔਰ ਇਨਫੈਕਟ ਉਸ ਤੋਂ ਜ਼ਿਆਦਾ ਹੋ ਜਾਂਦੇ ਨੇ। ਔਰ ਜੇ ਵੱਡਾ ਲੀਡਰ ਹੋਵੇ, ਹੁਣ ਸੁਖਬੀਰ ਬਾਦਲ ਨਿਕਲੇ ਹੋਣ, ਕੇਜਰੀਵਾਲ ਹੋਰਾਂ ਦੀ ਉਦਾਹਰਨ ਸਾਹਮਣੇ, ਬਿਲਕੁਲ ਭਗਵੰਤ ਮਾਨ ਨਿਕਲੇ ਹੋਣ, ਤਾਂ ਬਹੁਤ ਪ੍ਰੈਕਟੀਕਲ ਪੋਸੀਬਲ ਨਹੀਂ ਹੈ ਕਿ ਸਿਰਫ 5 ਲੋਕਾਂ ਦੇ ਨਾਲ ਤੁਸੀਂ ਕੈਂਪੇਨ ਕਰ ਸਕੋ। ਬਿਲਕੁਲ। ਤਾਂ ਇੱਕ ਹੋਰ ਵੱਡੀ ਅਪਡੇਟ ਆ ਰਹੀ ਹੈ ਅੰਮ੍ਰਿਤਸਰ ਤੋਂ, ਜੋ ਅਸੀਂ ਜਿਹੜੀ ਖਬਰ ਦਿਖਾ ਰਹੇ ਸੀ ਉਸ ਦੇ ਵਿੱਚ ਪੁਲਿਸ ਦੇ ਉੱਚ ਅਧਿਕਾਰੀ ਪ੍ਰੈਸ ਕਾਨਫਰੰਸ ਕਰ ਰਹੇ ਨੇ ਵੀ ਕਿ ਉਹਨਾਂ ਇੱਥੇ ਟੈਕਨੀਕਲ ਟੀਮ ਮੰਗਾਈ ਜਾਵੇ ਜਿਹੜੀ ਕਿ ਉਹ ਚੈੱਕ ਕਰਕੇ ਦੱਸੇ ਵੀ ਇਹ ਡਰੱਗ ਹੈ, ਐਕਸਪਲੋਸਿਵ ਹੈ, ਅਮਨੀਸ਼ਨ ਹੈ, ਕੀ ਆ, ਕਿਉਂਕਿ ਉਹ ਸਾਰੀ ਟੇਪਿੰਗ ਕੀਤੀ ਹੋਈ ਸੀ। ਸੋ ਮੈਂ ਆਪਣੇ ਸੀਨੀਅਰ ਅਫਸਰਾਂ ਨੂੰ ਇਤਲਾਹ ਕੀਤੀ, ਡੀਆਈ ਸਾਹਿਬ ਨੂੰ, ਏਡੀ ਸਾਹਿਬ ਨੂੰ, ਸਾਰੇ ਸੀਨੀਅਰ ਅਫਸਰਾਂ ਨੂੰ ਦੱਸਿਆ। ਉਹਨਾਂ ਨੇ ਇਮੀਡੀਏਟਲੀ ਬਾਰਡਰ ਦੀ ਜਿਹੜੀ ਬੰਬ ਸਕੁਐਡ ਟੀਮ ਹੈ ਉਹਨੂੰ ਭੇਜਿਆ। ਉਹਨਾਂ ਨੇ ਆਪਣੇ ਸਾਰੇ ਸਵੇਰ ਤੋਂ, ਤੁਹਾਨੂੰ ਪਤਾ ਹੀ ਆ, ਤੁਸੀਂ ਵੇਖ ਰਹੇ ਹੋ ਕਾਫੀ ਦੇਰ ਤੋਂ, ਸੋ ਅਰਲੀ ਮਾਰਨਿੰਗ ਤੋਂ ਇਹ ਸਾਰਾ ਚੱਲ ਰਿਹਾ ਸੀ। ਸੋ ਉਹਨਾਂ ਨੇ ਆਪਣਾ ਸਾਰੇ ਜੋ ਟੈਕਨੀਕਲੀ ਆ ਇਹਨੂੰ ਚੈੱਕ ਕੀਤਾ, ਔਰ ਉਹਨਾਂ ਨੂੰ ਇਹ ਲੱਗਾ ਕਿ ਇਹ ਕੋਈ ਐਕਸਪਲੋਸਿਵ ਲੱਗਦਾ। ਸੋ ਉਹਨਾਂ ਆਪਣੇ ਹਿਸਾਬ ਨਾਲ ਸਾਰਾ ਆਪਰੇਸ਼ਨ ਕਰਕੇ ਤੇ ਉਹ ਜਦੋਂ ਉਹਨੂੰ ਚੈੱਕ ਕੀਤਾ ਤੇ ਉਹ ਵਾਕਈ ਐਕਸਪਲੋਸਿਵ ਸੀ, ਬੰਬ ਨੁਮਾ ਚੀਜ਼ ਸੀ, ਆਈਈਡੀ ਸੀ। ਕਿੰਨੇ ਕਿਲੋ ਸੀ? ਆਈਈਡੀ ਸੀ ਜਿਹਦਾ ਕੋਈ weight ਲਗਭਗ 5 ਕਿਲੋ ਦੇ ਲਾਗੇ ਚਾਗੇ ਸੀ जी। अप्रोक्सीमेटली 5 किलो आईडी ਜਿਹੜੀ ਸੀ। नहीं सर, आपके पास जो पहले इन्फॉर्मेशन थी वो सिर्फ ड्रग्स की थी? ਨਹੀਂ, ਸਾਡੇ ਕੋਲ ਡਰੱਗ ਦੀ ਸੀ, ਕਿਉਂਕਿ ਅਸੀਂ ਟੋਟਲੀ ਡਰੱਗ ਨੂੰ ਡੀਲ ਕਰਦੇ ਹਾਂ ਐਸਟੀਐਫ ਵਾਲੇ। ਸਾਨੂੰ ਡਰੱਗ ਦੀ ਸੀ ਤੇ ਨਾਲ ਵੈਪਨ ਦੀ ਵੀ ਸੀ, ਵੈਪਨ ਦੀ ਵੀ, ਐਕਸਪਲੋਸਿਵ ਦੀ ਵੀ, ਸਾਰੇ ਇਹ ਤਿੰਨਾਂ ਚੀਜ਼ਾਂ ਦੀ ਸੀ ਸਾਡੇ ਕੋਲ। ਵੀ ਐਕਸਪਲੋਸਿਵ ਵੀ ਹੋ ਸਕਦਾ, ਮੇਨ ਤਾਂ ਉਹਨਾਂ ਕਿਹਾ ਵੀ ਡਰੱਗ ਦੀ ਆ, ਦੈਟਸ ਵਾਈ ਦੇ ਐਸਟੀਐਫ ਨੂੰ ਉਹਨਾਂ ਨੇ हिरासत में लिए गए? ਹਾਂਜੀ, ਨਹੀਂ ਫਿਲਹਾਲ ਕੋਈ ਬੰਦਾ ਗ੍ਰਿਫਤਾਰ ਨਹੀਂ ਹੈਗਾ। सर ये क्या जा रहा है कि रातों ही ਤੁਸੀਂ ਰੇਕੀ ਕਰ ਰਹੀ ਸੀ ਕਿ ਐਸਡੀਐਫ ਦੀ ਕੈਸ਼ ਕਿੰਨਾ ਸੀਗਾ? ਕੈਸ਼ 1 ਲੱਖ ਰੁਪਈਆ ਰਿਕਵਰ ਹੋਇਆ ਵਿੱਚੋਂ। ਇੰਡੀਅਨ ਕਰੰਸੀ ਸਾਰੀ ਸਰ? ਇੰਡੀਅਨ ਕਰੰਸੀ। ਸਰ ਕਿਹਾ ਜਾ ਰਿਹਾ ਕਿ ਰਾਤੋਂ ਰੇਕੀ ਕੀਤੀ ਜਾ ਰਹੀ ਸੀ ਕਿ ਉਸ ਬੰਦੇ ਨੂੰ ਫੜਿਆ ਜਾਵੇ ਜਿਸ ਨੇ ਲੈਣ ਵਾਸਤੇ ਆਣਾ ਸੀਗਾ, ਕਿ ਉਹ ਬੰਦਾ ਕਾਬੂ ਨਹੀਂ ਆਇਆ ਜੀ? ਦੇਖੋ ਅਜੇ ਕੋਈ ਅਰੈਸਟ ਨਹੀਂ ਪਈ, ਨਾ ਬੰਦਾ ਕੋਈ ਕਾਬੂ ਸਾਡੇ ਕੋਲ ਆਇਆ। ਇਹ ਇਨਵੈਸਟੀਗੇਸ਼ਨ ਚੱਲ ਰਹੀ ਆ। ਕੁਝ ਨਸ਼ਟ ਵੀ ਕੀਤਾ ਗਿਆ ਕਿ ਨਸ਼ਟ ਕੀਤਾ ਤੇ ਕੋਈ ਨਸ਼ਟ ਨਹੀਂ, ਉਹ ਉਹਨਾਂ ਦਾ ਪ੍ਰੋਸੈਸ ਸੀ, ਜਿਹੜੇ ਹੈਗੇ ਆ ਨਾ ਬੰਬ ਸਕਾਡ ਵਾਲੇ, ਉਹਨੂੰ ਓਪਨ ਕਰਨ ਵਾਸਤੇ ਉਹ ਇੱਕ ਪ੍ਰੋਸੈਸ ਹੁੰਦਾ ਵਾ, ਕਿਉਂਕਿ ਉਹ ਇਹ ਆਈਡੀ ਸੀ ਨਾ, ਇਹ ਖਤਰਨਾਕ ਸੀ, ਇਹਦਾ ਪਤਾ ਨਹੀਂ ਸੀ ਵੀ ਇਹ ਕਿਸ ਤਰ੍ਹਾਂ ਚੈੱਕ ਕਰਨ ਵਾਸਤੇ ਉਹਨਾਂ ਨੂੰ ਉਹ ਸਾਰਾ ਪ੍ਰੋਸੈਸ ਕਰਨਾ ਪੈਂਦਾ।
ਉਹਨੂੰ ਕੋਈ ਛੋਟਾ ਮੋਟਾ ਰਿਸ਼ਪਾਲ ਜੀ ਕਿੰਨੇ ਦਿਨਾਂ ਦੀ ਪਈ ਸੀ ਇੱਥੇ ਕਿੰਨੇ ਦਿਨਾਂ ਦੀ ਪਈ ਸੀ ਸਰ? ਹਾਂਜੀ ਦੇਖੋ ਸਾਨੂੰ ਤੇ ਅੱਜ ਸਵੇਰੀ ਖਬਰ ਮਿਲੀ ਹੈ। ਸਾਡੇ ਮੁਤਾਬਕ ਤੇ ਇਹਦਾ ਮਤਲਬ ਸਵੇਰੇ ਖਬਰ ਮਿਲੀ ਹੈ ਤੇ ਕੋਈ कल तो ਜਾਂ ਇੱਥੇ ਪਈ ਹੋਏਗੀ। ये किस तरह से पहुंची हो सकती है सर? ड्रोन के जरिए पहुंची हो सकती है, किस तरह से पहुंची हो सकती है? देखो ये सारिया इन्वेस्टिगेशन ਦੀਆਂ ਚੀਜ਼ਾਂ ਨੇ। ਨਾਓ ਵੀ ਆਰ ਔਨ ਪ੍ਰੀਲਿਮਿਨਰੀ ਸਟੇਜ, ਮੌਕੇ ਤੇ ਆਪਾਂ ਹੈਗੇ ਆ ਤੁਹਾਡੇ ਸਾਹਮਣੇ। ਸੋ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਹੁਣ ਅਸੀਂ ਇੱਥੇ ਇਨਵੈਸਟੀਗੇਸ਼ਨ ਕਰਾਂਗੇ, ਤਹਿ ਤੱਕ ਜਾਵਾਂਗੇ, ਸਾਰੀਆਂ ਚੀਜ਼ਾਂ ਦੀ ਤੁਹਾਨੂੰ ਗਾਂ ਜਿਹੜੀ ਪ੍ਰੋਪਰ ਇਹ ਸਾਰੀ ਡਿਟੇਲ ਪੀਸੀ ਜਿਹੜੀ ਆ ਸਰ ਕੋਈ ਸ਼ੱਕ ਹੈ ਕਿ ਪਾਕਿਸਤਾਨ ਵਾਲੇ ਪਾਸਿਓਂ ਆਈ ਸੀ ਕਿ ਜਾਂ ਇੱਥੋਂ ਦੇ ਕੋਈ ਬੰਦੇ ਇਸ ਨੂੰ ਡਿਟੇਨ ਕਰਨ ਵਾਸਤੇ ਆਏ ਸੀਗੇ? ਕੋਈ ਸ਼ੱਕ ਹੈ ਤੁਹਾਨੂੰ? ਇਹ ਪਾਕਿਸਤਾਨ ਵੱਲੋਂ ਹੀ ਆਈ ਹੈਗੀ ਆ ਜੀ। ਡਰੋਨ ਦੇ ਜਰੀਏ ਇਹ ਜੀ ਕਿਸ ਤਰ੍ਹਾਂ ਆਈ ਹੈ ਜੀ ਸਰ? ਸੋ ਇਹ ਦੇਖੋ ਮੈਂ ਤੁਹਾਨੂੰ ਬੇਨਤੀ ਕੀਤੀ ਆ ਕਿ ਇਹ ਨਹੀਂ ਕਹਿ ਸਕਦੇ ਵੀ ਇਹ ਡਰੋਨ ਰਾਹੀਂ ਆਈ ਆ ਜਾਂ ਉਹ ਕਿਸੇ ਬੰਦੇ ਨੇ ਲਿਆਂਦੀ ਆ। ਸੋ ਇਹ ਸਾਰਾ ਇਨਵੈਸਟੀਗੇਸ਼ਨ ਮੈਟਰ ਹੈ। कितने घंटे का ऑपरेशन रहा ये पूरा टोटल? ਇਹ ਮਾਰਨਿੰਗ ਤੋਂ ਇਹ अर्ਲੀ ਮਾਰਨਿੰਗ ਤੋਂ ਚੱਲ ਰਹੇ ਸੀ। ਮੈਂ ਐਜ਼ ਸੱਚ ਕੋਈ ਟਾਈਮ ਤਾਂ ਨਹੀਂ ਨੋਟ ਕੀਤਾ, ਪਰ ਸਟਿਲ ਵੀ ਆਰ ਔਨ ਦਾ ਸਪੌਟ। ਹਾਲੇ ਵੀ ਤਲਾਸ਼ੀ ਲਿੱਤੀ ਜਾ ਰਹੀ ਹੈ, ਤਲਾਸ਼ੀ ਲਿੱਤੀ ਜਾ ਰਹੀ ਹੈ ਹਾਲੇ ਵੀ? ਨਹੀਂ ਹਾਂਜੀ ਹੋਰ ਵੀ ਇਲਾਕੇ ਸਰਚ ਆਪਰੇਸ਼ਨ ਚਲਾਇਆ? ਨਹੀਂ ਸਾਡੇ ਵੱਲੋਂ ਤੇ ਨਹੀਂ ਕੋਈ ਅਜੇ ਕੋਈ ਹੋਰ ਨਹੀਂ ਕੋਈ ਚਲਾਇਆ ਗਿਆ। ਨਾਲ ਦੇ ਆਸ-ਪਾਸ ਦੇ ਲੋਕਾਂ ਤੋਂ ਕੁਝ ਸੂਚਨਾ ਮਿਲੀ ਹੈ, ਕੋਈ ਸਹਿਯੋਗ ਦਿੱਤਾ ਉਹਨਾਂ ਨੇ? ਹਾਂ ਜਿਹੜੇ ਆਲੇ ਦੁਆਲੇ ਦੇ ਜਾਂ ਰਾਹਗੀਰ ਦੂਜੇ ਤੀਜੇ ਲੋਕ ਸਾਰੇ ਉਹ ਸਵੇਰ ਦੇ ਸਾਨੂੰ ਸਹਿਯੋਗ ਦੇ ਰਹੇ ਆ, ਸਾਨੂੰ ਚਾਹ ਵੀ ਪਿਆ ਰਿਹਾ। ਸਰ ਬੀਐਸਐਫ ਦਾ ਪੈਂਦਾ ਕਿ ਤੁਹਾਡਾ ਪੈਂਦਾ? ਮਤਲਬ ਕਿਉਂਕਿ 50 ਕਿਲੋਮੀਟਰ ਦਾ ਏਰੀਆ ਦਿੱਤਾ ਗਿਆ ਸੀ ਨਾ ਬੀਐਸਐਫ ਨੂੰ। ਹਾਂਜੀ ਤੇ ਉਹ ਏਰੀਆ ਹੁਣ ਬੀਐਸਐਫ ਦਾ ਹੈ ਵਾਲਾ? ਨਹੀਂ ਕੋਈ ਬੀਐਸਐਫ ਦਾ ਹਾਂ ਆਪਰੇਸ਼ਨ ਐਸਟੀਐਫ ਦਾ, ਬੀਐਸਐਫ ਦਾ ਇਹਦੇ ਚ ਕੋਈ ਨਹੀਂ। ਬਟ ਏਰੀਆ ਜਿਹੜੀ ਗੱਲ ਕਰਦੇ ਹੋ ਤੁਸੀਂ, ਏਰੀਆ ਬਾਰੇ ਮੈਨੂੰ ਅਜੇ ਪਤਾ ਨਹੀਂ ਵੀ ਏਰੀਆ ਕਿਹਦਾ ਪੈਂਦਾ। ਅਸੀਂ ਤੇ ਉਹ ਜੋ ਥਾਂ ਮਿਲੀ ਆ ਇਲਾਕੇ 'ਚ। सर ऐसी और भी कंसाइनमेंट्स हो सकती हैं? ਜੀ ਰਸ਼ਪਾਲ ਸਿੰਘ ਤੁਹਾਨੂੰ ਦੁਨੀਆ ਸਾਂਝੀਆਂ ਕਰ ਰਹੇ ਸੀ ਕਿ 5 एक